बोले सो निर्भय भगवान वाल्मीकि महाराज की जय। मूर्ख प्राणी कदे गुरु नू विसारना, गुरु तो बगैर तेनू लौना किसे पारना। मूर्ख प्राणी कदे गुरु नू विसारना, गुरु तो बगैर तेनू लौना किसे पारना। मूर्ख प्राणी चार दिन परोना बन जग विच आया तू, जिने तेनू कले आए उसनू बुलाया तू। चार दिन परोना बन जग विच आया तू, जिने तेनू कले आए उसनू बुलाया तू। बीतदा ए जांदा वेला तेनू कोई सारना, गुरु तो बगैर तेनू लौना किसे पारना। मूर्ख प्राणी कदे गुरु नू विसारना, गुरु तो बगैर तेनू लौना किसे पारना। मूर्ख प्राणी मंद काम कर खट लिया मशहूरियां, आपे तू वधा लिया गुरु कोल दूरियां। मंद काम कर खट लिया मशहूरियां, आपे तू वधा लिया गुरु कोल दूरियां। दोषी बन फिर नाए करे कोई विचारना, दोषी बन फिर नाए करे कोई विचारना। गुरु तो बगैर तेनू लौना किसे पारना। मूर्ख प्राणी कदे गुरु नू विसारना, गुरु तो बगैर तेनू लौना किसे पारना। मूर्ख प्राणी छाती मार वेख जरा रब्बी करमात नू, किसे भी नहीं पुछड़ा तेरी उच्ची जात नू। छाती मार वेख जरा रब्बी करमात नू, किसे भी नहीं पुछड़ा तेरी उच्ची जात नू। कीतियां दे लेखे सारे तेनू पैण तारने, गुरु तो बगैर तेनू लौना किसे पारना। मूर्ख प्राणी गुरु ते ग्रंथ नाले दस दिन पीर जी, तारी पछताऊ वेला आया जो खीर जी। गुरु ते ग्रंथ नाले दस दिन पीर जी, तारी पछताऊ वेला आया जो खीर जी। जीती हुई बाजी पै जाए
पला विच हारना, गुरु तो बगैर तैनू लोना किस पारना। मूर्ख प्राणी कदे गुरु नू विसारना, गुरु तो बगैर तैनू लोना किस पारना। मूर्ख प्राणी कदे गुरु नू विसारना, गुरु तो बगैर तैनू लोना किस पारना। गुरु तो बगैर तैनू लोना किस पारना। जो बोले सो निर्भय। भगवान वाल्मीकि महाराज की जय। गुरु प्यारी साध संगत जी, भगवान वाल्मीकि जी की जय। जय गुरुदेव, धन गुरुदेव। मूर्ख प्राणी कदे गुरु नू विसारना। गुरु प्यारी साध संगत जी, गुरमुख प्यारिओ, ਆਪਾਂ ਭਾਈ ਸਾਹਿਬ ਭਾਈ ਉਮਰ ਕਲਿਆਣ ਜੀ ਪਾਸੋਂ ਸ਼ਬਦ ਸਰਵਨ ਕੀਤਾ। ਮੂਰਖ ਪ੍ਰਾਣੀ ਕਦੇ ਗੁਰੂ ਨੂੰ ਵਿਸਾਰਨਾ, ਗੁਰੂ ਤੋਂ ਬਗੈਰ ਤੈਨੂੰ ਲੋਣਾ ਕਿਸੇ ਪਾਰ ਨਾ। ਭਾਈ ਸਾਹਿਬ ਜੀ ਨੇ ਆਪਣੇ ਸ਼ਬਦ ਦੇ ਅੰਦਰ ਇਸ ਇਨਸਾਨ ਨੂੰ ਮੂਰਖ ਆਖਿਆ, ਇਸ ਪ੍ਰਾਣੀ ਨੂੰ ਮੂਰਖ ਆਖਿਆ। ਆਮ ਸ਼ਬਦਾਂ ਵਿੱਚ ਇੱਕ ਇਨਸਾਨ ਜੋ ਆਪਣੀ ਅਕਲ ਨਾਲ, ਆਪਣੀ ਬੁੱਧੀ ਨਾਲ ਕੰਮ ਕਰਦਾ, ਆਪਾਂ ਉਸ ਨੂੰ ਸਿਆਣਾ ਆਖਦੇ ਹਾਂ, ਉਸ ਨੂੰ ਅਕਲਮੰਦ ਆਖਦੇ ਹਾਂ। ਦੂਸਰੇ ਪਾਸੇ ਜੋ ਆਪਣੀ ਬੁੱਧੀ ਅਨੁਸਾਰ ਕੰਮ ਨਹੀਂ ਕਰਦੇ, ਆਮ ਭਾਸ਼ਾ ਵਿੱਚ ਆਪਾਂ ਉਸ ਨੂੰ ਮੂਰਖ ਆਖਦੇ ਹਾਂ। ਮਾਲਕ ਦੇ ਪਿਆਰਿਆਂ ਨੇ ਗੁਰਬਾਣੀ ਅੰਦਰ ਵੀ ਮੂਰਖ ਦੇ ਪ੍ਰਤੀ ਬਹੁਤ ਸਾਰੇ ਪ੍ਰਮਾਣ ਦਿੱਤੇ ਹਨ। ਜਿਸ ਤਰ੍ਹਾਂ ਉਤਪਤੀ ਪ੍ਰਕਰਨ ਵਿੱਚ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਜ਼ਿਕਰ ਕੀਤਾ ਕਿ ਸੰਸਾਰ ਅਤੇ ਸੰਸਾਰ ਦੀਆਂ ਵਸਤਾਂ ਇਸ ਤਰ੍ਹਾਂ ਹਨ ਜਿਵੇਂ ਮ੍ਰਿਗ ਤ੍ਰਿਸ਼ਨਾ ਦੀ ਨਦੀ ਹੋਵੇ। ਦੂਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ, ਮ੍ਰਿਗ ਤ੍ਰਿਸ਼ਨਾ ਦੀ ਨਦੀ ਨੂੰ ਵੇਖ ਕੇ ਮੂਰਖ ਹਿਰਨ ਪਾਣੀ ਪੀਣ ਲਈ ਦੌੜਦੇ ਹਨ ਅਤੇ ਦੁਖੀ ਹੁੰਦੇ ਹਨ। ਭਗਵਾਨ ਵਾਲਮੀਕ ਜੀ ਨੇ ਇਹ ਦੋ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਉਸ ਮ੍ਰਿਗ ਨੂੰ ਸੋਝੀ ਨਹੀਂ, ਭਾਵ ਗਿਆਨ ਨਹੀਂ ਕਿ ਕਦੇ ਵੀ ਮਾਰੂਥਲ ਵਿੱਚੋਂ ਉਸ ਨੂੰ ਪਾਣੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਗਵਾਨ ਵਾਲਮੀਕ ਜੀ ਨੇ ਇੱਕ ਹੋਰ ਸ਼ਬਦ ਦੇ ਅੰਦਰ ਫਰਮਾਇਆ ਕਿ ਆਪਾਂ ਸਾਰੇ ਹੀ ਦੁਨੀਆ ਦੇ ਜੀਵ ਉਸ ਮਾਲਕ ਦੀ ਪੂਜਾ ਕਰਦੇ ਹਾਂ। ਜਿਹੜੀ ਪੂਜਾ ਅਸੀਂ ਕਰਦੇ ਹਾਂ ਇਹ ਇਨਸਾਨ ਨੇ ਆਪ ਬਣਾਈ ਹੈ, ਉਸ ਮਾਲਕ ਨੇ ਨਹੀਂ ਬਣਾਈ। ਨਿਰਵਾਣ ਪ੍ਰਕਰਨ ਸਰਗ 37 ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਹੈ, ਉਸ ਮਾਲਕ ਦੀ ਪੂਜਾ ਦੀਵੇ ਜਗਾਉਣ ਨਾਲ ਨਹੀਂ ਹੁੰਦੀ। ਉਸ ਮਾਲਕ ਦੀ ਪੂਜਾ ਧੂਫ ਲਗਾਉਣ ਨਾਲ ਨਹੀਂ ਹੁੰਦੀ। ਤੀਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਫੁੱਲਾਂ ਦੀ ਮਾਲਾ ਨੂੰ ਅਰਪਣ ਕਰਨਾ, ਚੰਦਨ ਦਾ ਲੇਪ ਅਤੇ ਕੇਸਰ ਦਾ ਟਿੱਕਾ ਮੱਥੇ ਵਿੱਚ ਲਗਾਉਣ ਨਾਲ ਵੀ
ਉਸ ਮਾਲਕ ਦੀ ਪੂਜਾ ਨਹੀਂ ਆਖੀ ਜਾ ਸਕਦੀ। ਇਸ ਸਾਰੀ ਘਾਲਣਾ ਨੂੰ ਭਗਵਾਨ ਵਾਲਮੀਕ ਜੀ ਨੇ ਰਾਖ ਵਿੱਚ ਪਾਈ ਜਾ ਰਹੀ ਆਹੂਤੀ ਆਖਿਆ, ਜਿਸ ਨੂੰ ਆਪਾਂ ਮੂਰਖ ਹਿਰਨ ਦੇ ਮਾਰੂਥਲ ਵਿੱਚੋਂ ਪਾਣੀ ਲੱਭ ਕੇ ਆਪਣੀ ਪਿਆਸ ਬੁਝਾਉਣਾ ਆਖਿਆ। ਇਸ ਕਰਕੇ ਭਾਈ ਸਾਹਿਬ ਜੀ ਨੇ ਆਪਣੇ ਸ਼ਬਦ ਵਿੱਚ ਜ਼ਿਕਰ ਕੀਤਾ, ਮੂਰਖ ਪ੍ਰਾਣੀ ਕਦੇ ਗੁਰੂ ਨੂੰ ਵਿਸਾਰਨਾ। ਸਵਾਲ ਪੈਦਾ ਹੁੰਦਾ ਹੈ, ਗੁਰੂ ਨੂੰ ਕਿਉਂ ਨਾ ਵਿਸਾਰ? ਗੁਰਮਤਿ ਪਿਆਰਿਓ, ਇਸ ਕਰਕੇ ਗੁਰੂ ਨੂੰ ਨਾ ਵਿਸਾਰ। ਗੁਰੂ ਦੱਸੇਗਾ ਕਿ ਰੱਬ ਦੀ ਭਗਤੀ ਕਿਸ ਤਰ੍ਹਾਂ ਕਰਨੀ। ਗੁਰੂ ਦੱਸੇਗਾ ਮਾਲਕ ਦੀ ਬੰਦਗੀ ਦਾ ਢੰਗ। ਗੁਰੂ ਦੱਸੇਗਾ ਕਿ ਰੱਬ ਦੇ ਘਰ ਨੂੰ ਜਾਣ ਲਈ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹ ਮੁਸ਼ਕਲਾਂ ਕਿਸ ਤਰ੍ਹਾਂ ਦੂਰ ਕੀਤੀਆਂ ਜਾ ਸਕਦੀਆਂ। ਇਸੇ ਸ਼ਬਦ ਵਿੱਚ ਅੱਗੇ ਚੱਲ ਕੇ ਭਗਵਾਨ ਵਾਲਮੀਕ ਜੀ ਨੇ ਫਰਮਾਇਆ, ਉਸ ਮਾਲਕ ਦਾ ਧਿਆਨ ਕਰਨਾ ਹੀ ਧੂਫ ਅਤੇ ਦੀਪ ਹੈ। ਪੂਜਾ ਦੀ ਸਾਰੀ ਸਮੱਗਰੀ ਵੀ ਉਸ ਦਾ ਧਿਆਨ ਕਰਨਾ ਹੀ ਆਖਿਆ ਜਾ ਸਕਦਾ। ਤੀਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਹੋਰ ਕਿਸੇ ਤਰੀਕੇ ਨਾਲ ਉਹ ਦੇਵ ਨਹੀਂ ਮਿਲਦਾ। ਕਰੋੜ ਵਾਰ ਸਾਡੀ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਹੈ, ਜੋ ਕਹਿੰਦੇ ਹਨ ਕਿ ਭਗਵਾਨ ਵਾਲਮੀਕ ਜੀ ਦੀ ਪੂਜਾ ਹਵਨ ਜਾਂ ਸਮੱਗਰੀ ਤੋਂ ਬਗੈਰ ਨਹੀਂ ਹੋ ਸਕਦੀ। ਵੋਹੀ ਏਕ ਬ੍ਰਹਮ ਦੇ ਜਨਮਦਾਤਾ स्वामी गौरी शंकर जी आचार्य ने एक ग्रंथ लिखिया जिसका नाम है मोक्षा ज्ञान सागर। उस विच उन्होंने जिक्र किया कि पांडवां दे अश्वमेध यज्ञ विच जो हवन किया गया, भगवान वाल्मीकि जी ने आप आहुतियां पाईयां अते फिर सूरज लोक नूं चले गए। गुरमुख प्यारिओ, भगवान वाल्मीकि जी दी बाणी इस तरह दे बाहरी कर्म कांड नूं मृग तृष्णा दी नदी दे बराबर आखदी है, जिस विचों कदे भी पानी दी प्राप्ति नहीं हो सकती। गुरु घर ने भी अपनी बाणी दे अंदर एक जगह ते जिक्र किया, नौवें पातशाह श्री गुरु तेग बहादुर जी दा मुख वाक है। की फरमाया गुरु साहिबान ने, मन मूर्ख अजहू ना समझत, सिख दे हारियो नीत। नीत तो भाव नित हर रोज। जिस तरह भगवान वाल्मीकि जी ने अपनी बाणी अंदर जिक्र किया, गुरु साहिबान भी जिक्र कर रहे हैं कि मैं सिक्ख्या दे दे के थक गया हाँ, पर यह मूर्ख इंसान मन की मत पिछे इस तरह लग्या कि मेरी गल नूं सुनने लई तैयार नहीं है। सवाल पैदा हुंदा है कि मन क्यों मनण लई तैयार नहीं। गुरमुख प्यारिओ, मालिक दे प्यारिਆਂ ने मन दी खोज कीती अते अपने अपने समय अंदर आके अपने अपने धर्म ग्रंथां अंदर उन्होंने मन की ताकत बारे वर्णन कर दिता। आपां बाहरली उदाहरण नाल
ਇਸ ਗੱਲ ਨੂੰ ਸਮਝ ਸਕਦੇ ਹਾਂ। ਮਹਾਤਮਾ ਦੇ ਦੱਸਣ ਅਨੁਸਾਰ ਮਨ ਦੀ ਇਹ ਬਣਤਰ ਹੈ ਕਿ ਜਿਸ ਚੀਜ਼ ਨੂੰ ਇਸ ਮਨ ਨੇ ਮੰਨ ਲਿਆ, ਉਹ ਵਸਤੂ ਮਨ ਦਾ ਹਿੱਸਾ ਬਣ ਜਾਵੇਗੀ। ਜਿਸ ਤਰ੍ਹਾਂ ਇਸ ਇਨਸਾਨ ਨੇ ਜੋ ਸੁਣਿਆ, ਜੋ ਪੜ੍ਹਿਆ ਅਤੇ ਜੋ ਕੁਝ ਵੀ ਦੇਖਿਆ, ਮੈਂ ਬੇਨਤੀ ਕੀਤੀ, ਜਿਸ ਨੂੰ ਵੀ ਇਸ ਇਨਸਾਨ ਨੇ ਮੰਨ ਲਿਆ, ਉਸ ਵਸਤੂ ਦੀ ਤਸਵੀਰ ਇਸ ਮਨ ਦੇ ਵਿੱਚ ਵਸ ਜਾਵੇਗੀ। ਇਸ ਗੱਲ ਨੂੰ ਆਪਾਂ ਹੋਰ ਸਪਸ਼ਟ ਕਰ ਸਕਦੇ ਹਾਂ। ਇੱਕ ਇਨਸਾਨ ਨੇ ਸਿਨੇਮੇ ਘਰ ਵਿੱਚ ਪਰਦੇ ਉੱਪਰ ਹੀਰੋ ਅਤੇ ਹੀਰੋਇਨ ਨੂੰ ਦੇਖਿਆ। ਘੰਟੇ ਜਾਂ 2 ਘੰਟੇ ਵਿੱਚ ਫਿਲਮ ਖਤਮ ਹੋ ਗਈ, ਪਰ ਮਹੀਨਿਆਂ ਬੱਧੀ ਉਹ ਪਾਠ ਇਸ ਇਨਸਾਨ ਦੇ ਮਨ ਦਾ ਹਿੱਸਾ ਬਣ ਗਿਆ। ਕਿਉਂ ਬਣ ਗਿਆ? ਇਸ ਕਰਕੇ ਬਣ ਗਿਆ ਕਿ ਇਸ ਇਨਸਾਨ ਦੇ ਮਨ ਨੇ ਉਸ ਨੂੰ ਮੰਨ ਲਿਆ। ਮੈਂ ਕੁਝ ਪੜ੍ਹਿਆ, ਉਸ ਪੜ੍ਹੇ ਹੋਏ ਨੂੰ ਮੇਰੇ ਮਨ ਨੇ ਨਹੀਂ ਮੰਨਿਆ, ਤਾਂ ਉਹ ਪੜ੍ਹਿਆ ਹੋਇਆ ਮੇਰੇ ਮਨ ਦਾ ਹਿੱਸਾ ਨਹੀਂ ਬਣ ਸਕੇਗਾ। ਮੈਂ ਕੁਝ ਸੁਣਿਆ, ਮੇਰੇ ਮਨ ਨੇ ਉਸ ਸੁਣੇ ਹੋਏ ਨੂੰ ਨਹੀਂ ਮੰਨਿਆ, ਤਾਂ ਉਹ ਸੁਣਿਆ ਹੋਇਆ ਮੇਰੇ ਮਨ ਦਾ ਹਿੱਸਾ ਨਹੀਂ ਬਣ ਸਕਦਾ। ਮੈਂ ਬੇਨਤੀ ਕਰਾਂ, ਆਪਣਾ ਪਰਿਵਾਰ, ਆਪਣੇ ਭੈਣ ਭਾਈ, ਆਪਣੇ ਰਿਸ਼ਤੇਦਾਰ, ਸਾਕ ਸੰਬੰਧੀ ਇਸ ਕਰਕੇ ਆਪਣੇ ਹਨ ਕਿ ਮਨ ਨੇ ਇਹਨਾਂ ਨੂੰ ਆਪਣੇ ਕਰਕੇ ਮੰਨ ਲਿਆ। ਘਰ ਦੇ ਅੰਦਰ ਜਾਂ ਬੈਂਕਾਂ ਵਿੱਚ ਜੋ ਥੋੜਾ ਬਹੁਤ ਧਨ ਪਿਆ, ਇਸ ਇਨਸਾਨ ਦੇ ਮਨ ਨੇ ਉਸ ਧਨ ਨੂੰ ਆਪਣਾ ਕਰਕੇ ਮੰਨ ਲਿਆ ਅਤੇ ਉਸ ਧਨ ਦੀ ਸ਼ਕਲ ਇਸ ਦੇ ਮਨ ਦਾ ਹਿੱਸਾ ਬਣ ਗਈ। ਜਿਹੜੀ ਸ਼ਕਲ ਇਸ ਦੇ ਮਨ ਦਾ ਹਿੱਸਾ ਬਣ ਜਾਵੇਗੀ, ਸਿਮਰਨ ਵੀ ਉਸ ਦਾ ਹੀ ਚੱਲੇਗਾ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪਰਿਵਾਰ ਨੂੰ ਯਾਦ ਕਰਨਾ ਹੋਵੇ ਤਾਂ ਵਾਜਾ ਵਜਾਉਣ ਦੀ ਲੋੜ ਨਹੀਂ ਪੈਂਦੀ, ਤਬਲਾ ਖੜਕਾਉਣ ਦੀ ਲੋੜ ਨਹੀਂ ਪੈਂਦੀ, ਕਥਾ ਕਹਾਣੀਆਂ ਸੁਣਨ ਜਾਂ ਸੁਣਾਉਣ ਦੀ ਲੋੜ ਨਹੀਂ ਪੈਂਦੀ। ਕਿਉਂ ਲੋੜ ਨਹੀਂ ਪੈਂਦੀ? ਇਸ ਕਰਕੇ ਲੋੜ ਨਹੀਂ ਪੈਂਦੀ ਕਿ ਮਨ ਨੇ ਪਰਿਵਾਰ ਨੂੰ ਪਰਿਵਾਰ ਕਰਕੇ ਮੰਨ ਲਿਆ। ਪਰ ਅਫਸੋਸ ਕਿ ਪਰਮਾਤਮਾ ਇਸ ਦੇ ਮਨ ਦਾ ਹਿੱਸਾ ਨਹੀਂ ਬਣ ਸਕਿਆ। ਗੁਰੂ ਸਿਰਫ ਆਪਾਂ ਨੂੰ ਉਸ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਦਾ ਹਿੱਸਾ ਬਣਾਉਣ ਵਾਸਤੇ ਹੀ ਇਸ ਸੰਸਾਰ ਵਿੱਚ ਆਉਂਦੇ ਹਨ। ਇਸ ਕਰਕੇ ਭਾਈ ਸਾਹਿਬ ਜੀ ਨੇ ਆਪਣੇ ਸ਼ਬਦ ਦੇ ਸ਼ੁਰੂ ਵਿੱਚ ਪੜ੍ਹਿਆ, ਮੂਰਖ ਪ੍ਰਾਣੀ ਕਦੇ ਗੁਰੂ ਨੂੰ ਵਿਸਾਰਨਾ। ਸੰਗਤ ਦੀ ਜਾਣਕਾਰੀ ਲਈ ਮੈਂ ਬੇਨਤੀ ਕਰਾਂ, ਅੱਜ ਦੇ ਇਸ ਵਾਰਤਾਲਾਪ ਵਿੱਚ ਆਪਾਂ ਭਾਈ ਸਾਹਿਬ ਭਾਈ ਬਲਜੀਤ ਜੀ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਭਾਈ ਸਾਹਿਬ ਜੀ ਭਾਈ ਉਮਰ ਕਲਿਆਣ ਜੀ ਨੇ ਆਪਣੇ ਸ਼ਬਦ ਵਿੱਚ ਜ਼ਿਕਰ ਕੀਤਾ ਕਿ ਇਹ ਇਨਸਾਨ ਗੁਰੂ ਨੂੰ ਵਿਸਾਰੀ ਨਾ। ਗੁਰੂ ਦੀ ਅਹਿਮੀਅਤ ਬਾਰੇ ਜਾਂ ਫਿਰ ਗੁਰੂ ਦੀ ਹੋਂਦ ਬਾਰੇ ਆਪ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਭਾਈ ਸਾਹਿਬ ਦੇ ਅੱਜ ਦੇ ਸ਼ਬਦ ਦੇ ਅੰਦਰ ਆਪਾਂ ਇਸ ਚੀਜ਼ ਬਾਰੇ ਥੋੜੀ ਜਿਹੀ ਜਿਹੜੀ ਉਹ ਵਿਚਾਰ ਕਰਾਂਗੇ ਕਿ ਉਹਨਾਂ ਨੇ ਆਪਣੇ ਸ਼ਬਦ ਦੇ ਅੰਦਰ ਇਸ ਚੀਜ਼ ਦੇ ਉੱਪਰ ਜ਼ੋਰ ਦਿੱਤਾ ਕਿ ਇਹ ਮੂਰਖ ਇਨਸਾਨ ਗੁਰੂ ਜਿਹੜਾ ਬਈ ਉਸ ਨੂੰ ਨਾ ਵਿਸਾਰੇ। ਆਪਾਂ ਵਿਚਾਰ ਕਰਕੇ ਦੇਖੀਏ
ਤੇ ਚਾਹੇ ਉਹ ਸ਼ਬਦ ਬਾਣੀ ਦਾ ਲੈ ਲਈਏ, ਬਾਣੀ ਨਾਲ ਸੰਬੰਧਿਤ ਲੈ ਲਈਏ, ਜਾਂ ਉਸ ਮਾਲਕ ਦੀ ਬੰਦਗੀ ਦੇ ਸੰਬੰਧ ਵਿੱਚ ਆਪਾਂ ਕੋਈ ਗੱਲ ਜਿਹੜੀ ਉਹ ਕਰ ਲਈਏ, ਉਹ ਆਪਾਂ ਨੂੰ ਇਸ ਸਿੱਟੇ ਕਹਿ ਲਓ, ਇਸ ਨਤੀਜੇ ਦੇ ਉੱਪਰ ਲੈ ਕੇ ਜਾਵੇਗੀ ਕਿ ਬਈ ਉਸ ਮਾਲਕ ਦੇ ਨਾਲ ਇਸ ਇਨਸਾਨ ਦਾ ਜਿਹੜਾ ਮਿਲਾਪ ਆ ਨਾ, ਉਹ ਕਿਸ ਤਰੀਕੇ ਨਾਲ ਹੋ ਸਕਦਾ। ਜੇਕਰ ਆਪਾਂ ਨੂੰ ਉਹ ਢੰਗ ਕਹਿ ਲਓ, ਜੁਗਤੀ ਕਹਿ ਲਓ, ਸਾਧਨ ਕਹਿ ਲਓ, ਉਸ ਦੀ ਸਮਝ ਨਹੀਂ ਲੱਗੀ, ਫਿਰ ਆਪਾਂ ਉਸ ਮਾਲਕ ਦੇ ਨਾਲ ਜਿਹੜਾ ਉਹ ਵਿਸਾਲ ਕਹਿ ਲਓ, ਮਿਲਾਪ ਕਹਿ ਲਓ, ਆਪਾਂ ਨਹੀਂ ਕਰ ਸਕਾਂਗੇ। ਆਪਾਂ ਥੋੜੀ ਜੀ ਬਾਹਰਲੀ ਉਦਾਹਰਨ ਲੈ ਕੇ ਆਪਾਂ ਦੇਖ ਸਕਦੇ ਜੀ ਕਿ ਜਿਸ ਤਰ੍ਹਾਂ ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਇਹਨਾਂ 84 ਲੱਖ ਜੂਨਾਂ ਦੀ ਜਿਹੜੀ ਉਹ ਗੱਲ ਕੀਤੀ, ਤੇ ਇਨਸਾਨ ਦੇ ਜਾਮੇ ਦੀ ਵਡਿਆਈ ਇਸੇ ਚੀਜ਼ ਵਿੱਚ ਆ ਕਿ ਬਈ ਇਸ ਦੇ ਅੰਦਰ ਉਹ ਬੁੱਧੀ ਦੀ ਤਾਕਤ ਕਹਿ ਲਓ, ਉਹ ਜਿਸ ਨੂੰ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਵਿਵੇਕ ਕਹਿ ਕੇ ਬਿਆਨ ਕੀਤਾ, ਗਿਆਨ ਕਹਿ ਕੇ ਬਿਆਨ ਕੀਤਾ, ਜਿਸ ਨੂੰ ਆਪਾਂ ਸੌਖੇ ਲਫ਼ਜ਼ਾਂ ਦੇ ਅੰਦਰ ਸਮਝ ਕਹਿ ਸਕਦੇ, ਸੋਝੀ ਕਹਿ ਸਕਦੇ। ਜੇਕਰ ਆਪਣੇ ਅੰਦਰ ਉਹ ਵਿਵੇਕ ਪੈਦਾ ਨਹੀਂ ਹੋ ਸਕਿਆ, ਆਪਣੇ ਅੰਦਰ ਉਹ ਗਿਆਨ ਪੈਦਾ ਨਹੀਂ ਹੋ ਸਕਿਆ, ਤੇ ਫਿਰ ਸਾਡੇ ਵਿੱਚ ਅਤੇ ਜਿਹੜੀਆਂ ਦੂਸਰੀਆਂ ਜੂਨਾਂ, ਚਾਹੇ ਉਹ ਪਰਿੰਦਿਆਂ ਦੀ ਸ਼ਕਲ ਵਿੱਚ ਕਹਿ ਲਓ, ਚਾਹੇ ਉਹ ਚਪਾਈ ਜਾਨਵਰਾਂ ਦੀ ਸ਼ਕਲ ਦੇ ਵਿੱਚ ਕਹਿ ਲਓ, ਚਾਹੇ ਉਹ ਕਿਸੇ ਹੋਰ ਜੂਨ ਦੇ ਵਿੱਚ ਕਹਿ ਲਓ, ਜ਼ਿਆਦਾ ਭਿੰਨ ਔਰ ਭੇਦ ਜਿਹੜਾ ਉਹ ਨਹੀਂ ਆਖਿਆ ਜਾ ਸਕਦਾ। ਆਪਾਂ ਇੱਕ ਬਾਹਰਲੀ ਉਦਾਹਰਨ ਲੈ ਕੇ ਦੇਖਾਂਗੇ ਇਸ ਵਿਵੇਕ ਦੇ ਸੰਬੰਧ ਦੇ ਵਿੱਚ। ਇੱਕ ਇਸਤਰੀ ਆ ਜੀ, ਆਪਾਂ ਨੂੰ ਪਤਾ ਕਿ ਇਹ ਵਿਵੇਕ ਦੀ ਤਾਕਤ ਜਿਹੜੀ ਕਹਿ ਲਓ, ਵਿਵੇਕ ਦੀ ਸੋਝੀ ਕਹਿ ਲਓ, ਸੈਂਸ ਆਫ ਡਿਸਕ੍ਰਿਮੀਨੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ। ਇੱਕ ਇਸਤਰੀ ਆ, ਉਹ ਮਾਂ ਦੇ ਰੂਪ ਵਿੱਚ ਆਖੀ ਜਾ ਸਕਦੀ, ਪਤਨੀ ਦੇ ਰੂਪ ਵਿੱਚ ਆਖੀ ਜਾ ਸਕਦੀ, ਭੈਣ ਦੇ ਰੂਪ ਵਿੱਚ ਆਖੀ ਜਾ ਸਕਦੀ, ਜਾਂ ਫਿਰ ਆਪਾਂ ਧੀ ਦੇ ਰੂਪ ਵਿੱਚ ਆਖ ਸਕਦੇ। ਇਸਤਰੀ ਇੱਕ ਆ, ਲੇਕਿਨ ਉਸ ਦੇ ਵੱਖਰੇ ਵੱਖਰੇ ਰੂਪ ਜਿਹੜੇ ਆ ਨਾ, ਇਹਨਾਂ ਦਾ ਕਿੱਥੋਂ ਪਤਾ ਲੱਗਾ? ਇਸ ਇਨਸਾਨ ਦੇ ਅੰਦਰ ਜਦੋਂ ਵਿਵੇਕ ਪੈਦਾ ਹੋਇਆ, ਗਿਆਨ ਪੈਦਾ ਹੋਇਆ, ਉਸ ਗਿਆਨ ਨੇ ਇਸ ਚੀਜ਼ ਇਨਸਾਨ ਦੇ ਅੰਦਰ ਉਹ ਚੀਜ਼ ਦੱਸ ਦਿੱਤੀ ਕਿ ਬਈ ਇਹ ਉਸ ਦੀ ਪਤਨੀ ਆ, ਇਹ ਉਸ ਦੀ ਭੈਣ ਆ, ਇਹ ਉਸ ਦੀ ਮਾਂ। ਇਸੇ ਤਰ੍ਹਾਂ ਆਪਾਂ ਵਿਅਕਤੀਗਤ ਦੂਸਰਾ ਰੂਪ ਦੇਖ ਸਕਦੇ ਹਾਂ। ਇੱਕ ਇਨਸਾਨ ਆ, ਬਾਪ ਦੇ ਰੂਪ ਵਿੱਚ ਹੋ ਸਕਦਾ, ਪੁੱਤਰ ਦੇ ਰੂਪ ਵਿੱਚ ਹੋ ਸਕਦਾ, ਭਰਾ ਦੇ ਰੂਪ ਵਿੱਚ ਹੋ ਸਕਦਾ, ਜਾਂ ਫਿਰ ਇੱਕ ਬੇਟੇ ਦੇ ਰੂਪ ਦੇ ਵਿੱਚ ਹੋ ਸਕਦਾ। ਇਸ ਚੀਜ਼ ਦਾ ਆਪਾਂ ਨੂੰ ਕਿੱਥੋਂ ਪਤਾ ਲੱਗਾ? ਇਸ ਚੀਜ਼ ਦਾ ਆਪਾਂ ਉੱਥੋਂ ਗਿਆਨ ਪ੍ਰਾਪਤ ਕੀਤਾ ਕਿ ਬਈ ਇਸ ਇਨਸਾਨ ਦੇ ਅੰਦਰ ਉਹ ਵਿਵੇਕ ਜਿਹੜਾ ਉਹ ਪੈਦਾ ਹੋਇਆ। ਭੈਣ ਜੀ ਨੇ ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਵਿੱਚੋਂ ਇੱਕ ਅਨਮੋਲ ਕੜੀ ਜਿਹੜੀ ਉਸ ਨੂੰ ਸਾਡੇ ਸਾਹਮਣੇ ਰੱਖਿਆ ਕਿ ਮਹਾਤਮਾ ਇਸ ਦੁਨੀਆ ਦੇ ਅੰਦਰ ਕਦੇ ਕੋਈ ਚੀਜ਼ ਘੋਲ ਕੇ ਪਿਲਾਉਣ ਵਾਸਤੇ ਨਹੀਂ ਆਉਂਦੇ। ਪਹਿਲੀ ਚੀਜ਼ ਆਪਾਂ ਨੂੰ ਇਹ ਜਿਹੜੀ ਹੈ ਨਾ, ਇਹ ਸਮਝ ਲੈਣੀ ਚਾਹੀਦੀ। ਸਿਰਫ ਉਹ ਮਾਲਕ ਦੇ ਪਿਆਰੇ ਸਮੇਂ-ਸਮੇਂ ਤੇ ਆ ਕੇ ਇਸ ਇਨਸਾਨ ਦੇ ਅੰਦਰ ਉਹ ਵਿਵੇਕ ਦੀ ਤਾਕਤ ਕਹਿ ਲਓ, ਉਹ ਗਿਆਨ ਦੀ ਤਾਕਤ ਕਹਿ ਲਓ, ਉਸ ਨੂੰ ਪੈਦਾ ਕਰਨ ਵਾਸਤੇ ਜਿਹੜਾ ਉਹ ਆਉਂਦੇ। ਜਿਸ ਤਰ੍ਹਾਂ ਉਤਪਤੀ ਪ੍ਰਕਰਣ ਦੇ ਵਿੱਚ ਭੈਣ ਜੀ ਨੇ ਜ਼ਿਕਰ ਕੀਤਾ ਜੀ ਕਿ ਸੰਸਾਰ ਅਤੇ ਸੰਸਾਰ ਦੀਆਂ ਵਸਤਾਂ, ਭਗਵਾਨ ਵਾਲਮੀਕ ਜੀ ਨੇ ਉਸ ਵਿਵੇਕ ਦੀ ਗੱਲ ਕੀਤੀ। ਕਹਿੰਦੇ ਸੰਸਾਰ ਅਤੇ ਸੰਸਾਰ ਦੀਆਂ ਵਸਤਾਂ, ਚਾਹੇ ਉਹ ਕਿਸੇ ਰੂਪ ਵਿੱਚ ਵੀ ਆਪਾਂ ਆਖ ਸਕਦੇ ਹਾਂ, ਧਨ ਦੌਲਤ ਦੇ ਰੂਪ ਵਿੱਚ ਕਹਿ ਲਓ, ਮਹਿਲ ਮਾੜੀਆਂ ਦੇ ਰੂਪ ਵਿੱਚ ਕਹਿ ਲਓ, ਮਾਣ ਵਡਿਆਈ ਦੇ ਰੂਪ ਵਿੱਚ ਕਹਿ ਲਓ, ਜਾਂ ਕਿਸੇ ਹੋਰ ਰੂਪ ਦੇ ਵਿੱਚ ਆਪਾਂ ਆਖ ਸਕਦੇ। ਕੀ ਫਰਮਾਇਆ ਭਗਵਾਨ ਵਾਲਮੀਕ ਜੀ ਨੇ? ਕਹਿੰਦੇ ਸੰਸਾਰ ਅਤੇ ਸੰਸਾਰ ਦੀਆਂ ਵਸਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਮਿਰਗ ਤ੍ਰਿਸ਼ਨਾ ਦੀ ਇੱਕ ਨਦੀ ਹੋਵੇ। ਹੁਣ ਇਹ ਗਿਆਨ ਜਿਹੜਾ ਕਿੱਥੋਂ ਆਇਆ?
ਭਗਵਾਨ ਵਾਲਮੀਕ ਜੀ ਨੇ ਆਪਣੀ ਮਹਾਨ ਰਚਨਾ ਸ਼੍ਰੀ ਯੋਗ ਵਿਸ਼ੇਸ਼ ਮਹਾ ਰਮਾਇਣ ਦੇ ਅੰਦਰ ਇਸ ਚੀਜ਼ ਦਾ ਜਿਹੜਾ ਜੀ ਉਹ ਜ਼ਿਕਰ ਕੀਤਾ ਕਿ ਬਈ ਇਹ ਦੁਨੀਆ ਦੀਆਂ ਵਸਤਾਂ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਕਹਿੰਦੇ ਇੱਕ ਮਿਰਗ ਤ੍ਰਿਸ਼ਨਾ ਦੀ ਨਦੀ ਹੋਵੇ। ਮੈਂ ਸੰਗਤ ਦੀ ਜਾਣਕਾਰੀ ਲਈ ਥੋੜੀ ਜੀ ਬੇਨਤੀ ਕਰਾਂ। ਭਗਵਾਨ ਵਾਲਮੀਕ ਜੀ ਨੇ ਮਿਰਗ ਤ੍ਰਿਸ਼ਨਾ ਦਾ ਜਿਹੜਾ ਲਫ਼ਜ਼ ਆ ਇਸ ਨੂੰ ਬਹੁਤ ਜਗ੍ਹਾ ਤੇ ਆਪਣੀ ਬਾਣੀ ਵਿੱਚ ਵਰਤੋਂ ਲੈ ਕੇ ਆਂਦਾ ਕਿ ਮਿਰਗ ਤ੍ਰਿਸ਼ਨਾ ਕੀ ਇੱਕ ਉਹ ਚੀਜ਼ ਜਿਹੜੀ ਸੱਚ ਨਹੀਂ ਲੇਕਿਨ ਇਸ ਇਨਸਾਨ ਨੇ ਉਸ ਨੂੰ ਜਿਹੜਾ ਉਹ ਸੱਚ ਮੰਨ ਲਿਆ। ਮਿਰਗ ਤ੍ਰਿਸ਼ਨਾ ਦਾ ਜ਼ਿਕਰ ਕਰਦੇ ਹੋਏ ਭਗਵਾਨ ਵਾਲਮੀਕ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ ਕਿ ਜਿਸ ਤਰ੍ਹਾਂ ਹੋਵੇ ਨਾ ਰੇਗਿਸਤਾਨ, ਤੇ ਆਪਾਂ ਨੂੰ ਪਤਾ ਕਿ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਨਾ ਤੇ ਉਸ ਮਾਰੂਥਲ ਕਹਿ ਲਓ, ਰੇਗਿਸਤਾਨ ਕਹਿ ਲਓ, ਰੇਤਲੀ ਜ਼ਮੀਨ ਕਹਿ ਲਓ, ਜਦੋਂ ਗਰਮੀ ਪਵੇਗੀ ਤੇ ਫਿਰ ਜੇਕਰ ਆਪਾਂ ਦੂਰ ਤੱਕ ਉਸ ਚੀਜ਼ ਨੂੰ ਵੇਖੀਏ ਤੇ ਇਸ ਤਰ੍ਹਾਂ ਲੱਗੇਗਾ ਜਿਸ ਤਰ੍ਹਾਂ ਨਾ ਆਪਾਂ ਸਮੁੰਦਰ ਦੀਆਂ ਲਹਿਰਾਂ ਦੀ ਗੱਲ ਕਰ ਲਈਏ, ਪਾਣੀ ਜਿਹੜਾ ਉਹ ਜਾਪੇਗਾ, ਭਾਵ ਉਹ ਲਹਿਰਾਂ ਜਿਹੜੀਆਂ ਉਸ ਤਰ੍ਹਾਂ ਦੀਆਂ ਦਿਖਾਈ ਦੇਣਗੀਆਂ। ਕਿਉਂਕਿ ਇਹ ਹਿਰਨ ਜਿਹੜੇ ਆਪਾਂ ਤਿੰਨ ਤੱਤ ਦੇ ਜਿਹੜੇ ਉਹ ਜੀਵ ਕਹਿ ਸਕਦੇ, ਚਾਰ ਤੱਤਾਂ ਦੇ ਜੀਵ ਜਿਹੜੇ ਉਹ ਕਹਿ ਸਕਦੇ, ਉਹਨਾਂ ਦੇ ਪਾਸ ਉਹ ਵਿਵੇਕ ਨਹੀਂ ਹੁੰਦਾ ਕਿ ਮਿਰਗ ਤ੍ਰਿਸ਼ਨਾ ਨੂੰ ਇਸੇ ਕਰਕੇ ਭਗਵਾਨ ਵਾਲਮੀਕ ਜੀ ਨੇ ਵਰਤੋਂ ਵਿੱਚ ਲੈ ਕੇ ਆਂਦਾ ਕਿ ਉਹ ਜਿਹੜੇ ਹਿਰਨ ਆਨਾ ਜਦੋਂ ਆਪਣੀ ਪਿਆਸ ਬੁਝਾਉਣ ਦੇ ਲਈ ਉਸ ਰੇਗਿਸਤਾਨ ਕਹਿ ਲਓ ਉਸ ਦੇ ਵਿੱਚ ਨਿਗਾਹ ਮਾਰਦੇ ਤੇ ਦੂਰ ਆਪ ਦੇਖਦੇ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਬਈ ਉਹ ਪਾਣੀ ਦੀਆਂ ਜਿਹੜੀਆਂ ਉਹ ਲਹਿਰਾਂ, ਤੇ ਫਿਰ ਉਹ ਕੀ ਕਰਦੇ ਉਸ ਪਾਸੇ ਨੂੰ ਆਪਣਾ ਰੁਖ ਕਰਦੇ, ਦੌੜ ਲਗਾਉਂਦੇ। ਜਿੰਨੀ ਉਹ ਦੌੜ ਉਸ ਪਾਣੀ ਨੂੰ ਪ੍ਰਾਪਤ ਕਰਨ ਦੇ ਲਈ ਲਗਾਉਂਦੇ, ਲੇਕਿਨ ਉਹ ਪਾਣੀ ਦੀਆਂ ਲਹਿਰਾਂ ਕਿਉਂਕਿ ਅਸਲ ਨਹੀਂ, ਪਾਣੀ ਨਹੀਂ, ਸਿਰਫ ਉਹ ਗਰਮੀ ਦਾ ਰਿਫਲੈਕਸ਼ਨ ਕਹਿ ਲਓ, ਤੇ ਫਿਰ ਉਹ ਪਾਣੀ ਜਿਹੜਾ ਉਹ ਦੂਰ ਹੁੰਦਾ ਚਲਾ ਜਾਏਗਾ। ਲੇਕਿਨ ਪਾਣੀ ਦੀ ਪਿਆਸ ਜਿਹੜੀ ਉਸ ਹਿਰਨ ਦੀ ਉਹ ਜਿਹੜੀ ਆਪਾਂ ਕਹਿ ਲਈਏ ਮਿਟ ਨਹੀਂ ਸਕੇਗੀ। ਭਗਵਾਨ ਵਾਲਮੀਕ ਜੀ ਨੇ ਉਸ ਗਿਆਨ ਦੀ ਗੱਲ ਕਰਦੇ ਹੋਏ ਆਪਣੀ ਬਾਣੀ ਦੇ ਅੰਦਰ ਇਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ ਕਿ ਸੰਸਾਰ ਅਤੇ ਸੰਸਾਰ ਦੀਆਂ ਵਸਤਾਂ ਜਿਹੜੀਆਂ ਉਹ ਮਿਰਗ ਤ੍ਰਿਸ਼ਨਾ ਦੀ ਨਿਆਈ ਹਨ। ਲੇਕਿਨ ਸਾਡੀ ਅਗਿਆਨਤਾ ਦੇਖੋ, ਮੂਰਖਤਾ ਦੇਖੋ, ਆਪਾਂ ਉਸ ਚੀਜ਼ ਨੂੰ ਜਿਹੜਾ ਉਹ ਸੱਚ ਮੰਨ ਕੇ ਬੈਠੇ। ਹੋਰ ਤੇ ਆਪਾਂ ਕੀ ਗੱਲ ਕਰਨੀ ਕਿ ਇਹ ਇਨਸਾਨ ਆਪਣੀ ਮੌਤ ਜਿਹੜੀ ਉਸ ਨੂੰ ਵੀ ਭੁੱਲ ਕੇ ਬੈਠਾ। ਜੇਕਰ ਅਗਿਆਨਤਾ ਨਹੀਂ ਤੇ ਫਿਰ ਆਪਾਂ ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਅਨੁਸਾਰ ਇਸ ਨੂੰ ਆਪਾਂ ਹੋਰ ਕੀ ਕਹਿ ਸਕਦੇ। ਮੈਂ ਬੇਨਤੀ ਕਰ ਰਿਹਾ, ਵੱਖਰੇ ਵੱਖਰੇ ਮਹਾਤਮਾ ਨੇ ਸਮੇਂ-ਸਮੇਂ ਤੇ ਆ ਕੇ ਇਸ ਸਚਾਈ ਨੂੰ ਸਾਡੇ ਸਾਹਮਣੇ ਰੱਖਿਆ। ਭਗਵਾਨ ਵਾਲਮੀਕ ਜੀ ਨੇ ਆ ਬਾਣੀ ਤ੍ਰੇਤਾ ਯੁੱਗ ਦੇ ਅੰਦਰ ਲਿਖੀ ਤੇ ਸਾਡੇ ਸਾਹਮਣੇ ਉਸ ਸਚਾਈ ਜਿਹੜੀ ਉਸ ਨੂੰ ਵਰਣਨ ਕੀਤਾ। ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੇਕਰ ਆਪਾਂ ਸ਼ਲੋਕ ਪੜ੍ਹ ਕੇ ਵੇਖੀਏ ਤੇ ਉਹਨਾਂ ਨੇ ਸ਼ਲੋਕ ਨੰਬਰ 5 ਜਿਹੜਾ ਬਿਲਕੁਲ ਲਫ਼ਜ਼ਾਂ ਦਾ ਫਰਕ ਹੋ ਸਕਦਾ, ਲੇਕਿਨ ਇਸ ਮਿਰਗ ਤ੍ਰਿਸ਼ਨਾ ਦੀ ਗੱਲ, ਸੰਸਾਰ ਅਤੇ ਸੰਸਾਰ ਦੀਆਂ ਵਸਤਾਂ ਦੀ ਗੱਲ ਜਿਹੜੀ ਆਪਣੀ ਬਾਣੀ ਦੇ ਅੰਦਰ ਉਹਨਾਂ ਨੇ ਜ਼ਿਕਰ ਕੀਤਾ। ਇਸ ਚੀਜ਼ ਦਾ ਕੀ ਫਰਮਾਇਆ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ? ਕਹਿੰਦੇ ਧਨ, ਧਾਰਾ, ਸੰਪਤ, ਸਗਲ, ਸਗਲ ਤੋਂ ਭਾਵ ਸਾਰੀ। ਕਹਿੰਦੇ ਚਾਹੇ ਉਹ ਧਨ ਦੇ ਰੂਪ ਵਿੱਚ ਕਹਿ ਲਈਏ, ਧਾਰਾ ਤੋਂ ਭਾਵ ਇਹ ਇਨਸਾਨ ਇਹ ਸਮਝਦਾ ਕਿ ਸ਼ਾਇਦ ਬਈ ਇਹ ਕਿਸੇ ਕਬੀਲੇ ਦਾ ਮਾਲਕ। ਮੈਂ ਬੇਨਤੀ ਕਰਾਂ, ਇੱਕ ਇਨਸਾਨ ਜਿਹੜਾ ਉਹ ਇਕੱਲਾ ਆਇਆ, ਮਾਲਕ ਦੀ ਦਇਆ ਮਿਹਰ ਨਾਲ ਇਸ ਇਨਸਾਨ ਦਾ ਵਿਆਹ ਹੋ ਗਿਆ, ਬਾਲ ਬੱਚੇ ਪੈਦਾ ਹੋ ਗਏ, ਅੱਗੇ ਉਹਨਾਂ ਨੇ ਇੱਕ ਪਰਿਵਾਰ ਦੀ ਸ਼ਕਲ ਜਿਹੜੀ ਉਸ ਨੂੰ ਅਖਤਿਆਰ ਕਰ ਲਿਆ। ਉਹ ਪਰਿਵਾਰ ਅੱਗੇ ਹੋਰ ਪਰਿਵਾਰਾਂ ਦੇ ਵਿੱਚ ਜਿਹੜੇ ਉਹ ਤਬਦੀਲ ਹੋ ਗਏ ਤੇ ਇਹ ਇੱਕ ਕਬੀਲੇ ਦੀ ਸ਼ਕਲ ਜਿਹੜੀ ਇਸ ਨੇ ਧਾਰਨ ਕਰ ਲਈ। ਇਨਸਾਨ ਕੀ ਸੋਚਦਾ ਕਿ ਜੇਕਰ ਉਹ ਇੱਕ ਬਾਂਹ ਖੜੀ ਕਰੇਗਾ ਨਾ ਤੇ ਹਜ਼ਾਰਾਂ ਬਾਹਾਂ ਜਿਹੜੀਆਂ ਉਸ ਦੇ ਮਗਰ ਜਿਹੜੀਆਂ ਉਹ ਖੜੀਆਂ ਹੋ ਜਾਣੀਆਂ। ਲੇਕਿਨ ਬਾਣੀ ਆਪਾਂ ਨੂੰ ਚੇਤਾਵਨੀ ਦੇਵੇਗੀ। ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕਹਿੰਦੇ ਧਨ, ਧਾਰਾ, ਸੰਪਤ, ਸਗਲ ਜਿਨ ਆਪਣੀ ਕਰ ਮਾਨ।
ਇਨਸਾਨ ਦੇ ਮਨ ਨੇ ਇਸ ਚੀਜ਼ ਨੂੰ ਮੰਨਿਆ ਕਿ ਬਈ ਇਹ ਸਾਰਾ ਕੁਝ ਹੀ ਜਿਹੜਾ ਉਹ ਇਸ ਇਨਸਾਨ ਦੇ ਨਾਲ ਆ। ਲੇਕਿਨ ਅਗਲੀ ਅੱਧੀ ਕੜੀ ਦੇ ਵਿੱਚ ਕੀ ਫਰਮਾਇਆ ਨਵੇਂ ਪਾਤਸ਼ਾਹ ਮਹਾਰਾਜ ਜੀ ਨੇ? ਕਹਿੰਦੇ ਇਨ ਮੇ ਕਿਛ ਸੰਗੀ ਨਹੀਂ, ਨਾਨਕ ਸਾਚੀ ਜਾਣ। ਨਵੇਂ ਪਾਤਸ਼ਾਹ ਕਹਿੰਦੇ ਕਿ ਵੀ ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ ਕਿ ਕੋਈ ਵੀ ਚੀਜ਼ ਜਿਹੜੀ ਉਹ ਇਸ ਇਨਸਾਨ ਦੇ ਜਿਹੜੀ ਉਹ ਨਾਲ ਨਹੀਂ ਜਾ ਸਕੀ। ਇਸ ਕਰਕੇ ਮਹਾਤਮਾ ਸਮੇਂ-ਸਮੇਂ ਤੇ ਆਪਾਂ ਨੂੰ ਉਸ ਚੀਜ਼ ਦੇ ਪ੍ਰਤੀ ਜਿਹੜਾ ਉਹ ਇਸ਼ਾਰਾ ਕਰ ਰਿਹਾ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਬਾਣੀ ਦੇ ਅੰਦਰ ਕਿ ਮਿਰਗ ਤ੍ਰਿਸ਼ਨਾ ਦੀ ਨਦੀ ਨੂੰ ਵੇਖ ਕੇ ਮੂਰਖ ਹਿਰਨ ਪਾਣੀ ਪੀਣ ਲਈ ਦੌੜਦੇ ਅਤੇ ਦੁਖੀ ਹੁੰਦੇ ਹਨ। ਮਹਾਤਮਾ ਨੇ ਆਪਾਂ ਨੂੰ ਇਸ ਸੰਸਾਰ ਵਿੱਚ ਦੇਖੋ ਜੀ ਰਹਿਣ ਦੀ ਜਿਹੜੀ ਉਹ ਯੁਕਤੀ ਦੱਸੀ ਕਿ ਬਈ ਉਸ ਮਾਲਕ ਦੇ ਘਰ ਵਿੱਚ ਪਹੁੰਚਣ ਦੇ ਲਈ ਆਪਾਂ ਨੂੰ ਫਿਰ ਉਸ ਮਾਲਕ ਦੀ ਜਿਹੜੀ ਹੈ ਨਾ ਉਹ ਬੰਦਗੀ ਕਰਨੀ ਪਵੇਗੀ। ਬੰਦਗੀ ਜੇਕਰ ਇਸ ਇਨਸਾਨ ਨੇ ਜਿਸ ਤਰ੍ਹਾਂ ਉਹ ਮਹਾਤਮਾ ਨੇ ਆਪਣਾ ਜਾਤੀ ਤਜਰਬਾ ਬਾਣੀ ਦੇ ਅੰਦਰ ਲਿਖਿਆ ਉਸ ਦੇ ਅਨੁਸਾਰ ਇਹ ਨਹੀਂ ਵਿਚਰੇਗਾ ਤੇ ਫਿਰ ਇਹ ਉਸ ਮਾਲਕ ਨਾਲ ਨਹੀਂ ਮਿਲ ਸਕੇਗਾ। ਗੁਰੂ ਘਰ ਦੀ ਬਾਣੀ ਕਹਿ ਲਓ, ਭਗਵਾਨ ਵਾਲਮੀਕ ਜੀ ਦੀ ਬਾਣੀ ਕਹਿ ਲਓ, ਜਾਂ ਇਹਨਾਂ ਤੋਂ ਪਹਿਲਾਂ ਜਿਹੜੇ ਮਹਾਤਮਾ ਹੋ ਚੁੱਕੇ ਉਹਨਾਂ ਦੀ ਬਾਣੀ ਦੀ ਆਪਾਂ ਗੱਲ ਕਰ ਲਈਏ, ਉਹਨਾਂ ਨੇ ਬਾਣੀ ਦੇ ਰਾਹੀਂ ਆਪਾਂ ਨੂੰ ਇਹ ਚੀਜ਼ ਜਿਹੜੀ ਉਹ ਸਮਝਣ ਵਾਸਤੇ ਜਿਹੜਾ ਉਹ ਇਸ਼ਾਰਾ ਕੀਤਾ। ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਗਏ ਨਿਰਵਾਣ ਪ੍ਰਕਰਣ ਦੇ ਵਿੱਚੋਂ ਕੋਈ ਲੁਕੀ ਛਿਪੀ ਗੱਲ ਨਹੀਂ। ਜੇਕਰ ਕੋਈ ਇਨਸਾਨ ਇਹ ਗੱਲ ਆਪਾਂ ਨੂੰ ਆਖੇ ਨਾ ਕਿ ਵੀ ਪਤਾ ਨਹੀਂ ਇਹਨਾਂ ਨੇ ਆਹ ਚੀਜ਼ ਜਿਹੜੀ ਇਹ ਕਿੱਥੋਂ ਲੈਣ ਦੀ, ਨਿਰਵਾਣ ਪ੍ਰਕਰਣ ਵਿੱਚ ਆਪਾਂ ਉਸ ਦਾ ਪੇਜ ਲੈ ਸਕਦੇ, ਲਿਖਤ ਵੇਖ ਸਕਦੇ, ਉਸ ਨੂੰ ਦੂਸਰੇ ਧਰਮ ਜਿਹੜੇ ਉਹਨਾਂ ਦੀ ਬਾਣੀ ਦੇ ਨਾਲ ਜਿਹੜਾ ਜਦੋਂ ਆਪਾਂ ਕੰਪੇਅਰ ਕਰਾਂਗੇ ਸੋਝੀ ਆ ਜਾਏਗੀ, ਉਹ ਵਿਵੇਕ ਪੈਦਾ ਹੋ ਜਾਏਗਾ ਕਿ ਰੱਬ ਦੇ ਘਰ ਨੂੰ ਜਾਣ ਦਾ ਜਿਹੜਾ ਰਸਤਾ ਨਾ ਹਰੇਕ ਮਹਾਤਮਾ ਨੇ ਜਿਹੜਾ ਉਹ ਇੱਕੋ ਹੀ ਜਿਹੜਾ ਉਹ ਵਰਣਨ ਕੀਤਾ। ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਉਸ ਮਾਲਕ ਦੀ ਪੂਜਾ ਦੀਵੇ ਜਗਾਉਣ ਨਾਲ ਜਿਹੜੀ ਉਹ ਨਹੀਂ ਹੁੰਦੀ। ਜਾਂ ਵੱਖਰੇ ਵੱਖਰੇ ਕੋ 5-6 ਜਿਸ ਤਰ੍ਹਾਂ ਲਾਈਨਾਂ ਭੈਣ ਜੀ ਨੇ ਪੜੀਆਂ, ਵੱਖਰੇ ਵੱਖਰੇ ਹਰੇਕ ਚੀਜ਼ ਬਾਰੇ ਉਹਨਾਂ ਨੇ ਵਰਣਨ ਜਿਹੜਾ ਉਹ ਕੀਤਾ ਕਿ ਉਸ ਮਾਲਕ ਦੀ ਪੂਜਾ ਕਿਸ ਨੇ ਬਣਾਈ? ਇਸ ਇਨਸਾਨ ਨੇ ਬਣਾਈ। ਜਿਸ ਤਰ੍ਹਾਂ ਆਪਾਂ ਪ੍ਰੀਸਟ ਕਲਾਸ ਚਾਹੇ ਉਹ ਕਿਸੇ ਵੀ ਸਮੇਂ ਦੇ ਵਿੱਚ ਆਈ ਆ, ਚਾਹੇ ਉਹ ਸਤਯੁਗ ਵਿੱਚ ਸੀ, ਤ੍ਰੇਤਾ ਵਿੱਚ ਸੀ, ਦੁਆਪਰ ਵਿੱਚ ਸੀ, ਜਾਂ ਫਿਰ ਉਹ ਅੱਜ ਆ, ਉਹਨਾਂ ਨੇ ਉਸ ਮਾਲਕ ਦੀ ਬੰਦਗੀ ਦਾ ਢੰਗ ਜਿਹੜਾ ਨਾ ਉਸ ਮਾਲਕ ਦੇ ਅਸੂਲਾਂ ਦੇ ਜਿਹੜਾ ਉਸ ਨੂੰ ਉਲਟ ਬਣਾ ਦਿੱਤਾ ਤੇ ਫਿਰ ਇਸ ਇਨਸਾਨ ਵਾਸਤੇ ਇਸ ਚੀਜ਼ ਲਈ ਫੈਸਲਾ ਕਰਨਾ ਔਖਾ ਹੋ ਗਿਆ ਕਿ ਬਈ ਫਿਰ ਆਪਾਂ ਉਸ ਮਾਲਕ ਨਾਲ ਕਿਸ ਤਰ੍ਹਾਂ ਮਿਲ ਸਕਦੇ। ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਉਸ ਮਾਲਕ ਦੀ ਪੂਜਾ ਧੂਫ ਲਗਾਉਣ ਨਾਲ ਨਹੀਂ ਹੁੰਦੀ। ਤੇ ਫਿਰ ਜੇਕਰ ਬਈ ਆਪਾਂ ਉਹ ਕੰਮ ਕਰਦੇ ਆ ਨਾ ਤੇ ਫਿਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਆਪਣੀ ਸ਼ਬਦ ਦੇ ਵਿੱਚ ਪੜਿਆ, ਮੂਰਖ ਪ੍ਰਾਣੀ ਕਦੇ ਗੁਰੂ ਨੂੰ ਪਸਾਰਨਾ। ਕਿਉਂਕਿ ਗੁਰੂ ਕੀ ਦੱਸੇਗਾ? ਗੁਰੂ ਦੱਸੇਗਾ ਮਾਲਕ ਦੀ ਭਗਤੀ। ਗੁਰੂ ਉਹ ਗਿਆਨ ਰੂਪੀ ਦੀਵਾ ਇਸ ਇਨਸਾਨ ਦੇ ਅੰਦਰ ਜਗਾਵੇਗਾ ਜਿਸ ਦੇ ਨਾਲ ਅੰਦਰੋਂ ਅੰਧੇਰਾ ਜਿਹੜਾ ਉਹ ਦੂਰ ਹੋ ਜਾਏਗਾ। ਅੰਦਰੋਂ ਅੰਧੇਰਾ ਦੂਰ ਨਹੀਂ ਹੋਵੇਗਾ, ਬਾਹਰ ਆਪਾਂ ਜਿਹੜੀਆਂ ਉਹ ਹਜ਼ਾਰਾਂ ਹੀ ਕਿਉਂ ਨਾ ਜੋਤਾਂ ਜਗਾ ਲਈਏ, ਹਜ਼ਾਰਾਂ ਹੀ ਦੀਵੇ ਜਿਹੜੇ ਉਹ ਕਿਉਂ ਨਾ ਜਗਾ ਲਈਏ, ਬਾਹਰੀ ਚਾਨਣ ਤੇ ਹੋ ਸਕਦਾ ਲੇਕਿਨ ਅੰਦਰੂਨੀ ਚਾਨਣ ਜਿਹੜਾ ਉਹ ਨਹੀਂ ਹੋ ਸਕੇਗਾ। ਆਪਾਂ ਇੱਕ ਬਾਹਰਲੀ ਗੱਲ ਜਿਹੜੀ ਉਹ ਕਰਕੇ ਦੇਖ ਸਕਦੇ ਕਿ ਕਿਸੇ ਵੀ ਮਹਾਤਮਾ ਦੀ ਜਿਹੜੀ ਬਾਣੀ ਆ ਨਾ ਆਪਾਂ ਉਹਨੂੰ ਮੱਥਾ ਜਿਹੜਾ ਉਹ ਕਿਉਂ ਟੇਕਦੇ? ਇਸ ਕਰਕੇ ਟੇਕਦੇ ਕਿ ਜਿਹੜੀ ਚੀਜ਼ ਉਸ ਦੇ ਵਿੱਚ ਲਿਖੀ ਆ ਨਾ ਉਹ ਸਾਨੂੰ ਪਰਵਾਹ ਨਹੀਂ। ਤੇ ਆਪ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਸਾਨੂੰ ਬਲੈਕ ਐਂਡ ਵਾਈਟ ਦੇ ਵਿੱਚ ਲਿਖ ਕੇ ਦਿੱਤਾ ਜੀ ਕਿ ਫੁੱਲਾਂ ਦੀ ਮਾਲਾ ਨੂੰ ਅਰਪਣ ਕਰਨ ਦੇ ਨਾਲ ਚੰਦਨ ਦਾ ਲੇਪ ਅਤੇ ਕੇਸਰ ਦਾ ਟਿੱਕਾ ਮੱਥੇ ਵਿੱਚ ਲਗਾਉਣ ਦੇ ਨਾਲ ਵੀ ਉਸ ਮਾਲਕ ਦੀ ਪੂਜਾ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਗੁਰੂ ਘਰ ਦੀ ਬਾਣੀ ਨੂੰ ਆਪਾਂ ਵੇਖ ਸਕਦੇ
ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਮੁੱਖ ਵਾਕਿਆ ਜੀ। ਆਪਣੀ ਬਾਣੀ ਦੇ ਅੰਦਰ ਉਹਨਾਂ ਨੇ ਇੱਕ ਜਗ੍ਹਾ ਤੇ ਜ਼ਿਕਰ ਕੀਤਾ, ਕਹਿੰਦੇ ਪੂਜਾ ਕਰੇ ਸਭ ਲੋਕ ਸੰਤੋ। ਮਹਾਤਮਾ ਦੀ ਨਿਮਰਤਾ ਦੇਖੋ, ਆਪਾਂ ਨੂੰ ਕੀ ਬਿਆਨ ਕਰ ਰਹੇ ਤੀਸਰੇ ਪਾਤਸ਼ਾਹ ਮਹਾਰਾਜ ਜੀ। ਕਹਿੰਦੇ ਪੂਜਾ ਆਪਾਂ ਦੁਨੀਆ ਦੇ ਸਾਰੇ ਹੀ ਜੀਵ ਜਿਹੜੇ ਉਸ ਮਾਲਕ ਦੀ ਕਰਦੇ, ਪਰ ਕਰਦੇ ਕਿਸ ਤਰ੍ਹਾਂ? ਕਹਿੰਦੇ ਜੀ ਮਨ ਦੇ ਅਧੀਨ। ਭਗਵਾਨ ਵਾਲਮੀਕ ਜੀ ਨੇ ਉਸ ਮਨ ਦੀ ਗੱਲ ਕਰਦੇ ਹੋਏ ਸਾਡੇ ਸਾਹਮਣੇ ਇਸ ਚੀਜ਼ ਨੂੰ ਲੈ ਕੇ ਆਂਦਾ ਕਿ ਇਹ ਜਿਹੜੀ ਪੂਜਾ ਨਾ, ਇਹ ਸਾਡੇ ਮਨ ਨੇ ਬਣਾਈ, ਪ੍ਰੀਸਟ ਕਲਾਸ ਜਿਹੜੀ ਇਹ ਉਸਨੇ ਬਣਾਈ। ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਕੀ ਫਰਮਾਇਆ? ਕਹਿੰਦੇ ਪੂਜਾ ਕਰੇ ਸਭ ਲੋਕ ਸੰਤੋ, ਮਨ ਮੁਖ ਥਾਏ ਨਾ ਪਾਈ। ਥਾਏ ਨਾ ਪਾਈ, ਉਸ ਮਾਲਕ ਦੇ ਘਰ ਵਿੱਚ ਪ੍ਰਵਾਨ ਨਹੀਂ ਹੋਵੇਗੀ। ਸਵਾਲ ਪੈਦਾ ਹੁੰਦਾ ਕਿਉਂ ਨਹੀਂ ਹੋਵੇਗੀ? ਕਿਉਂਕਿ ਇਹ ਪੂਜਾ ਸਾਡੇ ਮਨ ਨੇ ਬਣਾਈ। ਪੂਜਾ ਕਰੇ ਸਭ ਲੋਕ ਸੰਤੋ, ਮਨਮੁਖ ਥਾਏ ਨਾ ਪਾਈ। ਕਹਿੰਦੇ ਸ਼ਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ। ਕਹਿੰਦੇ ਆਪਾਂ ਕਰਨਾ ਕੀ ਸੀ ਕਿ ਬਈ ਜੇਕਰ ਇਸ ਇਨਸਾਨ ਦਾ ਮਨ ਜਿਹੜਾ ਉਹ ਨਿਰਮਲ ਨਹੀਂ ਹੋਇਆ, ਉਸ ਦੇ ਅੰਦਰ ਉਹ ਚੀਜ਼ ਜਿਹੜੀ ਉਹ ਪ੍ਰਗਟ ਨਹੀਂ ਹੋਈ, ਤੇ ਫਿਰ ਇਹ ਇਨਸਾਨ ਉਸ ਮਾਲਕ ਦੇ ਨਾਲ ਜਿਹੜਾ ਉਹ ਮਿਲਾਪ ਨਹੀਂ ਕਰ ਸਕੇਗਾ। ਪੂਜਾ ਕੀਤੀ, ਇਸ ਇਨਸਾਨ ਦੇ ਮਨ ਦੇ ਅੰਦਰ ਜਿਹੜਾ ਹੰਕਾਰ ਪੈਦਾ ਹੋ ਗਿਆ, ਜਿੱਥੋਂ ਕਿ ਆਪਾਂ ਸਫ਼ਰ ਜਿਹੜਾ ਉਹ ਸ਼ੁਰੂ ਕੀਤਾ ਨਾ, ਉਸ ਤੋਂ ਵੀ ਆਪਾਂ ਹਜ਼ਾਰਾਂ ਕੋ ਜਿਹੜੇ ਉਹ ਦੂਰ ਚਲੇ ਗਏ। ਇਸ ਕਰਕੇ ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਇਸ ਚੀਜ਼ ਦੇ ਪ੍ਰਤੀ ਜਿਹੜਾ ਜੀ ਉਹ ਜ਼ਿਕਰ ਕੀਤਾ। ਭਗਵਾਨ ਵਾਲਮੀਕ ਜੀ ਨੇ ਇੱਕ ਜਗ੍ਹਾ ਤੇ ਹੋਰ ਜ਼ਿਕਰ ਕੀਤਾ ਆਪਣੀ ਬਾਣੀ ਦੇ ਅੰਦਰ। ਕਹਿੰਦੇ ਜੀ ਜਿਹੜਾ ਹੰਕਾਰ ਆ ਨਾ, ਕਹਿੰਦੇ ਇਹ ਦੁੱਖਾਂ ਦੀ ਖਾਣ ਆ। ਦੁੱਖ ਜਿਹੜੇ ਇਸ ਦੇ ਵਿੱਚੋਂ ਪ੍ਰਗਟ ਹੋਣਗੇ। ਕਿਉਂ ਪ੍ਰਗਟ ਹੋਣਗੇ? ਇਸ ਕਰਕੇ ਪ੍ਰਗਟ ਹੋਣਗੇ ਕਿ ਜਿਸ ਇਨਸਾਨ ਦੇ ਅੰਦਰ ਕਹਿੰਦੇ ਉਹ ਨਿਮਰਤਾ ਨਹੀਂ ਆਈ, ਦੀਨਤਾ ਨਹੀਂ ਆਈ, ਆਜਜੀ ਨਹੀਂ ਆਈ, ਉਸ ਦੇ ਅੰਦਰ ਉਹ ਗੁਣ ਪੈਦਾ ਨਹੀਂ ਹੋਏ, ਉਸ ਮਾਲਕ ਦੇ ਨਾਲ ਜਿਹੜਾ ਉਹ ਨਹੀਂ ਮਿਲ ਸਕੇਗਾ। ਸਪਸ਼ਟ ਫੈਸਲਾ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਜਗ੍ਹਾ ਤੇ ਹੋਰ ਜ਼ਿਕਰ ਕੀਤਾ ਜੀ। ਕਹਿੰਦੇ ਰਾਮ ਗਿਓ ਰਾਵਣ ਗਿਓ ਜਾਂ ਕਾ ਬਹੁ ਪਰਵਾਰ। ਕਹਿੰਦੇ ਏਡੇ ਵੱਡੇ ਪਰਿਵਾਰ ਦੇ ਮਾਲਕ ਇਸ ਦੁਨੀਆ ਦੇ ਉੱਪਰੋਂ ਜਿਹੜੇ ਬਈ ਕਹਿੰਦੇ ਜਾਂਦੇ ਲੱਗੇ। ਰਾਮ ਗਿਓ ਰਾਵਣ ਗਿਓ ਜਾਂ ਕਾ ਬਹੁ ਪਰਿਵਾਰ, ਕਹੋ ਨਾਨਕ ਥਿਰ ਕੁਛ ਨਹੀਂ। ਥਿਰ ਤੋਂ ਭਾਵ ਸਦੀਵੀ ਰਹਿਣ ਵਾਲੀ ਚੀਜ਼, ਸੁਪਨੇ ਜਿਉਂ ਸੰਸਾਰ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਆਪਾਂ ਨੂੰ ਉਸ ਚੀਜ਼ ਦੇ ਪ੍ਰਤੀ ਜਿਹੜਾ ਜੀ ਉਹ ਜ਼ਿਕਰ ਕੀਤਾ। ਇਸੇ ਤਰ੍ਹਾਂ ਆਪਾਂ ਵਿਚਾਰ ਕਰਕੇ ਦੇਖੀਏ ਕਿ ਵੱਖਰੇ ਵੱਖਰੇ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਲੇਕਿਨ ਉਸ ਅਵਸਥਾ ਦੀ ਗੱਲ ਕੀਤੀ। ਲੇਕਿਨ ਜਿਸ ਤਰ੍ਹਾਂ ਭੈਣ ਜੀ ਨੇ ਆਪਣੇ ਸਾਹਮਣੇ ਇੱਕ ਸ਼ਬਦ ਦੇ ਵਿੱਚੋਂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਮੁੱਖ ਵਾਕ ਦੇ ਵਿੱਚੋਂ ਜਿਹੜੀ ਉਹ ਉਦਾਹਰਨ ਸਾਡੇ ਸਾਹਮਣੇ ਰੱਖੀ। ਕਹਿੰਦੇ ਇਸ ਇਨਸਾਨ ਦਾ ਮਨ ਜਿਹੜਾ ਇਹ ਮੰਨਣ ਵਾਸਤੇ ਤਿਆਰ ਹੀ ਨਹੀਂ। ਮਨ ਮੂਰਖ ਅਜ ਹੁਣ ਨਾ ਸਮਝਤ। ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਮੁੱਖ ਵਾਕ ਕਹਿੰਦੇ ਅਜੇ ਮੰਨਦਾ ਹੀ ਨਹੀਂ, ਸਿੱਖ ਦੇ ਹਾਰ ਉਹ ਨੀਤ। ਨੌਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੈਂ ਸਿੱਖਿਆ ਦੇ ਕੇ ਥੱਕ ਗਿਆ, ਲੇਕਿਨ ਇਸ ਇਨਸਾਨ ਦਾ ਮਨ ਜਿਹੜਾ ਨਾ ਉਹ ਮੰਨਣ ਲਈ ਤਿਆਰ ਹੀ ਨਹੀਂ। ਜਦੋਂ ਇਸ ਇਨਸਾਨ ਦਾ ਮਨ ਜਿਹੜਾ ਇਹ ਉਸ ਚੀਜ਼ ਨੂੰ ਮੰਨਣ ਵਾਸਤੇ ਤਿਆਰ ਹੋ ਜਾਏਗਾ, ਬਾਣੀ ਇਸ ਇਨਸਾਨ ਦੇ ਮਨ ਦਾ ਹਿੱਸਾ ਬਣ ਜਾਏਗੀ, ਫਿਰ ਆਪਾਂ ਆਖ ਸਕਦੇ ਹਾਂ ਕਿ ਬਈ ਇਹ ਇਨਸਾਨ ਉਸ ਮਾਲਕ ਦੀ ਬੰਦਗੀ ਕਹਿ ਲਓ, ਉਸ ਮਾਲਕ ਦੀ ਭਗਤੀ ਕਹਿ ਲਓ, ਉਸ ਦੇ ਵੱਲ ਜਿਹੜਾ ਇਹ ਤੁਰਿਆ ਜਾ ਰਿਹਾ। ਮੈਂ ਇੱਕ ਹੋਰ ਬੇਨਤੀ ਕਰਾਂ, ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ ਕਿ ਸਫੇਦ ਵਸਤਰ ਉੱਪਰ
ਕੇਸਰ ਦਾ ਰੰਗ ਜਿਹੜਾ ਉਹ ਛੇਤੀ ਚੜ ਜਾਂਦਾ। ਹੁਣ ਆਪਾਂ ਇੱਥੇ ਵਿਚਾਰ ਕਰਕੇ ਦੇਖੀਏ ਕਿ ਇਹ ਵਿਵੇਕ ਆ, ਗਿਆਨ ਆ, ਜਿਹੜਾ ਇਸ ਇਨਸਾਨ ਨੂੰ ਉਸ ਬਾਣੀ ਦੇ ਵਿੱਚੋਂ ਮਿਲਿਆ। ਹੁਣ ਇਹ ਸਫੇਦ ਵਸਤਰ ਇਸ ਇਨਸਾਨ ਦੀ ਆਪਾਂ ਆਤਮਾ ਕਹਿ ਲਈਏ, ਕਿਉਂਕਿ ਕਦੇ ਸਰੀਰ ਜਿਹੜਾ ਉਹ ਇਸ ਇਨਸਾਨ ਦਾ ਉਸ ਮਾਲਕ ਦੇ ਘਰ ਤੱਕ ਨਹੀਂ ਜਾ ਸਕੇਗਾ। ਜਦੋਂ ਵੀ ਜਾਵੇਗੀ ਇਸ ਇਨਸਾਨ ਦੀ ਜਿਹੜੀ ਉਹ ਆਤਮਾ ਜਾਵੇਗੀ। ਇਸ ਕਰਕੇ ਮਹਾਤਮਾ ਨੇ ਵਿਵੇਕ ਦੇ ਰਾਹੀਂ ਕਹਿ ਲਓ, ਆਪਣੇ ਤਜਰਬੇ ਦੇ ਆਧਾਰ ਤੇ ਇਹ ਗੱਲ ਜਿਹੜੀ ਸਾਡੇ ਸਾਹਮਣੇ ਲੈ ਕੇ ਆਂਦੀ ਕਿ ਬਈ ਜੇਕਰ ਇਸ ਇਨਸਾਨ ਨੇ ਉਸ ਚੀਜ਼ ਬਾਰੇ ਸੋਚਿਆ ਹੀ ਨਹੀਂ ਤੇ ਫਿਰ ਇਸ ਦੇ ਵਿੱਚ ਤੇ ਫਿਰ ਕਹਿੰਦੇ ਜੀ ਜਿਹੜੇ ਦੂਸਰੇ ਜੀਵ ਆ ਉਹਨਾਂ ਦੇ ਵਿੱਚ ਕੋਈ ਵੀ ਭਿੰਨ ਔਰ ਭੇਦ ਜਿਹੜਾ ਉਹ ਨਹੀਂ ਆਖਿਆ ਜਾ ਸਕਦਾ। ਸਤਿਗੁਰੂ ਰਵਿਦਾਸ ਜੀ ਦੀ ਬਾਣੀ ਚੋਂ ਆਪਾਂ ਇੱਕ ਉਦਾਹਰਣ ਜਿਹੜੀ ਉਸ ਨੂੰ ਲੈ ਕੇ ਆਵਾਂਗੇ ਸਾਹਮਣੇ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਸਫੇਦ ਵਸਤਰ ਦੀ ਗੱਲ ਕੀਤੀ, ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਚੀਜ਼ ਬਾਰੇ ਇਸ਼ਾਰਾ ਕੀਤਾ। ਕਹਿੰਦੇ ਜਨਮ ਸਿਰਾਨੋ ਪੰਥ ਨਾ ਸਵਾਰਾ। ਸਿਰਾਨੋ ਤੋਂ ਭਾਵ ਬੀਤਦਾ ਜਾ ਰਿਹਾ। ਸਤਿਗੁਰੂ ਰਵਿਦਾਸ ਜੀ ਨੇ ਉਸ ਸਚਾਈ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ ਕਿ ਵੀ ਮਾਲਕ ਦੇ ਘਰ ਵਿੱਚ ਕਿਹੜੀ ਚੀਜ਼ ਲੈ ਕੇ ਜਾਣੀ। ਕਹਿੰਦੇ ਆਤਮਾ ਜਾਵੇਗੀ, ਸਰੀਰ ਇਸ ਇਨਸਾਨ ਦਾ ਉਸ ਮਾਲਕ ਦੇ ਘਰ ਵਿੱਚ ਜਿਹੜਾ ਉਹ ਨਹੀਂ ਜਾ ਸਕਦਾ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਹਰੇਕ ਮਹਾਤਮਾ ਨੇ ਬਾਣੀ ਦੇ ਅੰਦਰ ਆਪਣਾ ਜਾਤੀ ਤਜਰਬਾ ਕਹਿ ਲਓ, ਐਕਸਪੀਰੀਅੰਸ ਕਹਿ ਲਓ, ਉਸ ਚੀਜ਼ ਨੂੰ ਸਾਡੇ ਸਾਹਮਣੇ ਰੱਖਿਆ। ਕੀ ਫਰਮਾਇਆ ਸਤਿਗੁਰੂ ਰਵਿਦਾਸ ਜੀ ਨੇ? ਕਹਿੰਦੇ ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ। ਕਹਿੰਦੇ ਸ਼ਾਮਾਂ ਪੈ ਗਈਆਂ, ਆਪਾਂ 20 ਸਾਲ ਦੀ ਗੱਲ ਕਰ ਲਈਏ, 40 ਸਾਲ ਦੀ ਗੱਲ ਕਰ ਲਈਏ, 60 ਸਾਲ ਦੀ ਗੱਲ ਕਰ ਲਈਏ ਜਾਂ ਇਸ ਤੋਂ ਅੱਗੇ ਦੀ ਜਿਹੜੀ ਉਹ ਗੱਲ ਕਰ ਲਈਏ। ਸਤਿਗੁਰੂ ਰਵਿਦਾਸ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕਹਿੰਦੇ ਜਨਮ ਜਿਹੜਾ ਉਹ ਬੀਤਦਾ ਜਾ ਰਿਹਾ, ਸਵਾਸਾਂ ਦੀ ਪੂੰਜੀ ਜਿਹੜੀ ਉਹ ਘਟਦੀ ਜਾ ਰਹੀ, ਦੁਨੀਆ ਦੀ ਕੋਈ ਤਾਕਤ ਜਿਹੜੀ ਇਸ ਦੇ ਸਵਾਸਾਂ ਦੇ ਵਿੱਚ ਜਿਹੜਾ ਉਹ ਵਾਧਾ ਨਹੀਂ ਕਰ ਸਕਦੀ। ਸਚਾਈ ਜਿਹੜੀ ਸਤਿਗੁਰੂ ਰਵਿਦਾਸ ਜੀ ਨੇ ਸਾਡੇ ਸਾਹਮਣੇ ਲੈ ਕੇ ਆਂਦੀ। ਕਹਿੰਦੇ ਜਨਮ ਸਰਾਨੋ ਪੰਥ ਨਾ ਸਵਾਰਾ। ਪੰਥ ਕਹਿੰਦੇ ਰਸਤੇ ਨੂੰ, ਕਹਿੰਦੇ ਉਸ ਰਸਤੇ ਨੂੰ ਨਹੀਂ ਸਵਾਰਿਆ। ਕਹਿੰਦੇ ਜਿਸ ਰਸਤੇ ਤੇ ਆਤਮਾ ਨੇ ਜਾਣਾ ਉਹਨੂੰ ਨਹੀਂ ਸਵਾਰਿਆ। ਸਾਂਝ ਪਰੀ ਦਹਿ ਦਿਸ ਅੰਧਿਆਰਾ। ਕਹਿੰਦੇ ਸ਼ਾਮਾਂ ਪੈ ਗਈਆਂ, ਬੁਢਾਪਾ ਆ ਗਿਆ, ਇਹ ਇਨਸਾਨ ਸ਼ਮਸ਼ਾਨ ਘਾਟ ਵੱਲ ਜਿਹੜਾ ਉਹ ਚੱਲਣਾ ਸ਼ੁਰੂ ਹੋ ਗਿਆ। ਉਸ ਅਵਸਥਾ ਨੂੰ ਸਾਡੇ ਸਾਹਮਣੇ ਸਤਿਗੁਰੂ ਰਵਿਦਾਸ ਜੀ ਨੇ ਬਿਆਨ ਕੀਤਾ ਜੀ। ਕਹਿੰਦੇ ਸਾਂਝ ਪਰੀ ਦਹਿ ਦਿਸ ਅੰਧਿਆਰਾ, ਕਹੇ ਰਵਿਦਾਸ ਨਿਦਾਨ ਦੀਵਾਨੇ। ਜਿਸ ਤਰ੍ਹਾਂ ਭਾਈ ਸਾਹਿਬ ਨੇ ਮੂਰਖ ਆਖਿਆ, ਸਤਿਗੁਰੂ ਰਵਿਦਾਸ ਜੀ ਨੇ ਦੀਵਾਨੇ ਤੋਂ ਭਾਵ ਕਮਲਾ, ਪਾਗਲ, ਸ਼ਿਦਾਈ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕਹੇ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਕਹਿੰਦੇ ਚੇਤਸ ਨਾਹੀ, ਕਹਿੰਦੇ ਉਹ ਭਰਾਵਾ ਤੈਨੂੰ ਚੇਤਾ ਨਹੀਂ, ਦੁਨੀਆ ਫਨ ਖਾਨੇ। ਕਹਿੰਦੇ ਬਈ ਦੁਨੀਆ ਜਿਹੜੀ ਆਪਣੀ ਵਾਰੀ ਦੇ ਅਨੁਸਾਰ ਜਿਹੜੀ ਇਸ ਦੁਨੀਆ ਤੋਂ ਚਲਦੀ ਬਣੇਗੀ। ਜ਼ਿੰਦਗੀ ਦੀ ਆਪਾਂ ਗੱਲ ਕਰ ਲਈਏ, ਚਾਹੇ ਉਹ 50ਵਾਂ ਬਰਥਡੇ ਮਨਾ ਲਈਏ, 60ਵਾਂ ਬਰਥਡੇ ਮਨਾ ਲਈਏ, 70ਵਾਂ ਬਰਥਡੇ ਮਨਾ ਲਈਏ, ਇਹ ਇਨਸਾਨ ਆਏ ਦਿਨ ਜਿਹੜਾ ਉਹ ਮੌਤ ਦੇ ਜਿਹੜਾ ਉਹ ਨੇੜੇ ਹੁੰਦਾ ਜਾ ਰਿਹਾ। ਭੀਖਣ ਜੀ ਇੱਕ ਮਹਾਤਮਾ ਹੋਏ ਮੁਸਲਮਾਨ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਦਾ ਸ਼ਬਦ ਆ ਜੀ, ਜਿਹੜੀ ਸਚਾਈ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਦੇ ਅੰਦਰ ਵਰਣਨ ਕੀਤੀ, ਸਤਿਗੁਰੂ ਰਵਿਦਾਸ ਜੀ ਨੇ ਉਸ ਦੀ ਪ੍ਰੋੜਤਾ ਕੀਤੀ, ਉਸ ਦੀ ਹਾਜ਼ਰੀ ਭਰੀ। ਭੀਖਣ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਭਗਵਾਨ ਵਾਲਮੀਕ ਜੀ ਦੇ ਨਾਲ ਉਹ ਸਹਿਮਤੀ ਪ੍ਰਗਟ ਕੀਤੀ ਕਹਿ ਲਓ, ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕੀ ਫਰਮਾਇਆ? ਕਹਿੰਦੇ ਨੈਣੋ ਨੀਰ ਬਹੇ ਤਨ ਖੀਨਾ। ਬੁਢਾਪਾ ਆ ਗਿਆ, ਅੱਖਾਂ ਚੋਂ ਕਹਿੰਦੇ ਪਾਣੀ ਵਗ ਰਿਹਾ। ਨੈਣੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧ ਬਾਨੀ। ਬੁਢਾਪਾ ਆ ਗਿਆ, ਕੇਸ ਕਹਿੰਦੇ ਚਿੱਟੇ ਹੋ ਗਏ। ਰੁੰਦਾ ਕੰਠ ਸ਼ਬਦ ਨਹੀਂ ਉਚਰੇ।
ਕਹਿੰਦੇ ਇਸ ਇਨਸਾਨ ਦੇ ਕੰਠ ਤੋਂ ਭਾਵ ਗਲਾ, ਕਹਿੰਦੇ ਗਲੇ ਚੋਂ ਆਵਾਜ਼ ਨਹੀਂ ਨਿਕਲ ਸਕਦੀ, ਕੰਠ ਸ਼ਬਦ ਨਹੀਂ ਉਚਰੇ, ਮਾਲਕ ਦੀ ਬੰਦਗੀ ਜਿਹੜੀ ਉਹ ਨਹੀਂ ਕਰ ਸਕੇਗਾ। ਅਬ ਕਿਆ ਕਰੇ ਪ੍ਰਾਣੀ। ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਜਿਹੜਾ ਉਸ ਚੀਜ਼ ਦੇ ਪ੍ਰਤੀ ਆਪਾਂ ਨੂੰ ਚੇਤਾ ਕਰਾਇਆ ਜੀ। ਕਹਿੰਦੇ ਜਦੋਂ ਉਹ ਮਹਾਤਮਾ ਇਸ ਦੁਨੀਆ ਦੇ ਅੰਦਰ ਉਹਨਾਂ ਨੇ ਉਹ ਸੱਚਾਈ ਜਿਹੜੀ ਉਸ ਨੂੰ ਸਾਡੇ ਸਾਹਮਣੇ ਲੈ ਕੇ ਆਂਦੀ ਕਿ ਜੇਕਰ ਆਪਣੇ ਅੰਦਰ ਉਹ ਵਿਵੇਕ ਪੈਦਾ ਨਹੀਂ ਹੋਇਆ, ਆਪਣੇ ਅੰਦਰ ਉਹ ਗਿਆਨ ਪੈਦਾ ਨਹੀਂ ਹੋਇਆ, ਤੇ ਫਿਰ ਸਾਡੇ ਵਿੱਚ ਅਤੇ ਉਸ ਜਿਹੜੇ ਦੂਸਰੇ ਜੀਵ ਆ ਉਹਨਾਂ ਵਿੱਚ ਕੋਈ ਵੀ ਭਿੰਨ ਔਰ ਭੇਦ ਜਿਹੜਾ ਉਹ ਨਹੀਂ ਹੋਵੇਗਾ। ਇਸ ਕਰਕੇ ਭਾਈ ਸਾਹਿਬ ਨੇ ਸ਼ਬਦ ਦੇ ਅੰਦਰ ਆਪਾਂ ਨੂੰ ਚੇਤਾ ਕਰਾਇਆ, ਕਹਿ ਲਓ, ਉਸ ਚੀਜ਼ ਦੇ ਪ੍ਰਤੀ ਦੱਸਿਆ ਕਿ ਇਹ ਪ੍ਰਾਣੀ ਕਹਿੰਦੇ ਬਈ ਗੁਰੂ ਜਿਹੜਾ ਉਸ ਨੂੰ ਨਾ ਵਿਸਾਰੀ। ਕਿਉਂ ਨਾ ਵਿਸਾਰੀ? ਇਸ ਕਰਕੇ ਨਾ ਵਿਸਾਰੀ ਕਿ ਆ ਜਿਹੜੀ ਬਾਣੀ ਕਹਿ ਲਓ, ਗਿਆਨ ਕਹਿ ਲਓ, ਸੋਝੀ ਕਹਿ ਲਓ, ਕੌਣ ਦੇਵੇਗਾ? ਇਸ ਇਨਸਾਨ ਨੂੰ ਗੁਰੂ ਦੱਸੇਗਾ ਇਸ ਦੁਨੀਆ ਦੇ ਅੰਦਰ ਆ ਕੇ। ਗੁਰਮੁਖ ਪਿਆਰਿਓ, ਆਪਾਂ ਕਾਫੀ ਵਿਸਥਾਰ ਵਿੱਚ ਜ਼ਿਕਰ ਕੀਤੀ, ਵਿਚਾਰ ਕੀਤੀ ਕਿ ਗੁਰਬਾਣੀ ਦੀ ਸਿੱਖਿਆ ਅਨੁਸਾਰ ਵਕਤ ਦੇ ਗੁਰੂ ਦੀ ਹੋਂਦ ਬੜੀ ਜ਼ਰੂਰੀ। ਜਿਸ ਤਰ੍ਹਾਂ ਆਪਾਂ ਬਿਮਾਰ ਹੋ ਜਾਈਏ ਤਾਂ ਵਕਤ ਦੇ ਡਾਕਟਰ ਪਾਸ ਜਾਂ ਆਪਣੇ ਜੀਪੀ ਪਾਸ ਜਾਂਦੇ ਹਾਂ, ਧਨਵੰਤ ਵੈਦ ਪਾਸ ਨਹੀਂ। ਮੁਕੱਦਮੇ ਦਾ ਫੈਸਲਾ ਕਰਾਉਣ ਲਈ ਮੌਜੂਦਾ ਕੋਰਟ ਵਿੱਚ ਜਾਣਾ ਪਵੇਗਾ। ਕੋਈ ਵੀ ਵਿਦਿਆਰਥੀ ਅਰਸਤੂ ਅਤੇ ਅਫਲਾਤੂਨ ਵਿੱਚ ਭਰੋਸਾ ਰੱਖ ਕੇ ਵਿਦਵਾਨ ਨਹੀਂ ਬਣ ਸਕਦਾ। ਮੌਜੂਦਾ ਵਿਦਵਾਨਾਂ ਪਾਸੋਂ ਵਿਦਿਆ ਦੀ ਤਾਲੀਮ ਹਾਸਲ ਕਰਨੀ ਪਵੇਗੀ। ਹਜ਼ਰਤ ਈਸਾ ਜੀ ਨੇ ਇੱਕ ਜਗ੍ਹਾ ਤੇ ਵਰਣਨ ਕੀਤਾ ਹੈ ਕਿ ਜਦ ਤੱਕ ਮੈਂ ਸੰਸਾਰ ਵਿੱਚ ਹਾਂ, ਮੈਂ ਸੰਸਾਰ ਦਾ ਨੂਰ ਹਾਂ। ਤੁਸੀਂ ਆਪਣਾ ਕੰਮ ਦਿਨੇ ਦਿਨੇ ਕਰ ਲਵੋ, ਕਿਉਂਕਿ ਜਦ ਰਾਤ ਆਉਂਦੀ ਤਾਂ ਕੁਝ ਨਹੀਂ ਕੀਤਾ ਜਾ ਸਕਦਾ। ਇਸ ਦਾ ਅਰਥ ਹੈ ਕਿ ਆਪਣੇ ਸਮੇਂ ਦੇ ਕਾਮਲ ਮੁਰਸ਼ਿਦ ਤੋਂ ਖੁਦਾ ਦੀ ਸੱਚੀ ਇਬਾਦਤ ਦਾ ਭੇਦ ਲੈਣਾ ਪਵੇਗਾ। ਭਾਈ ਸਾਹਿਬ ਜੀ, ਭਾਈ ਉਮਰ ਕਲਿਆਣ ਜੀ ਨੇ ਸ਼ਬਦ ਦੇ ਸ਼ੁਰੂ ਵਿੱਚ ਜ਼ਿਕਰ ਕੀਤਾ ਕਿ ਗੁਰੂ ਨੂੰ ਕਿਉਂ ਨਾ ਵਿਸਾਰੀ, ਅਤੇ ਉਹਨਾਂ ਦੇ ਦੱਸਣ ਅਨੁਸਾਰ ਗੁਰੂ ਤੋਂ ਬਗੈਰ ਇਸ ਇਨਸਾਨ ਨੂੰ ਕੋਈ ਵੀ ਹੋਰ ਇਸ ਭਵ ਸਾਗਰ ਤੋਂ ਪਾਰ ਨਹੀਂ ਲਗਾ ਸਕਦਾ। ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ। ਭਾਈ ਸਾਹਿਬ ਜੀ ਆਪ ਸੰਖੇਪ ਵਿੱਚ ਸ਼ਬਦਾਂ ਵਿੱਚ ਇਸ ਦੇ ਪਾਰ ਲਗਾਉਣ ਬਾਰੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹਨ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪਾਂ ਗੁਰੂ ਦੀ ਗੱਲ ਕੀਤੀ ਕਿ ਬੇ ਗੁਰੂ ਇਸ ਸੰਸਾਰ ਦੇ ਅੰਦਰ ਇੱਕ ਉਹ ਤਾਕਤ ਆ ਜਿਹੜੀ ਇਸ ਇਨਸਾਨ ਦੀ ਜਿਹੜੀ ਆਪਾਂ ਕਿਸ਼ਤੀ ਕਹਿ ਲਈਏ, ਇਸ ਭਵ ਸਾਗਰ ਦੇ ਵਿੱਚ ਜਿਹੜੀ ਉਹ ਡੁੱਬੀ ਜਾ ਰਹੀ, ਤੇ ਫਿਰ ਗੁਰੂ ਜਿਹੜਾ ਉਹ ਜੁਗਤੀ ਦੱਸੇਗਾ, ਢੰਗ ਦੱਸੇਗਾ, ਤਰੀਕਾ ਜਿਹੜਾ ਉਹ ਦੱਸੇਗਾ। ਜਿਸ ਤਰ੍ਹਾਂ ਵੱਖਰੇ ਵੱਖਰੇ ਪ੍ਰਮਾਣ ਜਿਹੜੇ ਉਹ ਬਾਣੀ ਦੇ ਅੰਦਰ ਮਿਲਦੇ, ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਜਿਸ ਨੂੰ ਉਹਨਾਂ ਨੇ ਅਥਾਹ ਸਮੁੰਦਰ ਆਖਿਆ ਕਿ ਸੰਤ ਜਨ ਜਿਹੜੇ ਉਸ ਅਥਾਹ ਸਮੁੰਦਰ ਵਿੱਚ ਇੱਕ ਕਹਿੰਦੇ ਮਲਾਹ ਦੇ ਰੂਪ ਵਿੱਚ ਹਨ। ਜਿਸ ਤਰ੍ਹਾਂ ਆਪਾਂ ਕਿਸੇ ਕਿਸ਼ਤੀ ਦੇ ਰਾਹੀਂ ਕਿਸੇ ਦਰਿਆ ਨੂੰ ਜਿਹੜਾ ਉਹ ਪਾਰ ਕਰਨਾ ਹੋਵੇ ਨਾ, ਤੇ ਆਪਾਂ ਕੀ ਕਰਦੇ ਜੀ, ਇਹ ਨਹੀਂ ਕਿ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਕੋਈ ਵੀ ਮਲਾਹ ਸੀ ਤੇ ਉਸ ਦਾ ਸਿਮਰਨ ਕਰਨ ਦੇ ਨਾਲ ਜਿਹੜਾ ਆਪਾਂ ਉਹ ਦਰਿਆ ਦਾ ਜਿਹੜਾ ਰਸਤਾ ਉਸ ਨੂੰ ਤੈਅ ਕਰ ਸਕਦੇ ਨਹੀਂ। ਜੇਕਰ ਇਸ ਤਰ੍ਹਾਂ ਹੁੰਦਾ ਤੇ ਫਿਰ ਬਈ ਗੁਰੂ ਸਾਹਿਬਾਨ ਨੇ ਬਾਣੀ ਦੇ ਅੰਦਰ, ਭਗਵਾਨ ਵਾਲਮੀਕ ਜੀ ਨੇ ਬਾਣੀ ਦੇ ਅੰਦਰ ਜਿਹੜਾ ਉਹ ਇਸ ਦਾ ਜ਼ਿਕਰ ਜਿਹੜਾ ਉਹ ਕਰ ਦੇਣਾ ਸੀ। ਜਿਸ ਤਰ੍ਹਾਂ ਭੈਣ ਜੀ ਨੇ ਜ਼ਿਕਰ ਕੀਤਾ ਕਿ
ਬਾਈਬਲ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਕਿ ਜਦ ਤੱਕ ਮੈਂ ਸੰਸਾਰ ਵਿੱਚ ਹਾਂ, ਪਾਪ ਅੱਲਾ ਦੇਹ ਸਰੂਪ ਦੇ ਵਿੱਚ ਆਪਾਂ ਉਸ ਦੀ ਗੱਲ ਕਰ ਰਹੇ। ਇਸ ਕਰਕੇ ਬਾਣੀ ਕੀ ਇਸ਼ਾਰਾ ਕਰਦੀ, ਕਹਿੰਦੇ ਪਤਨ ਕੂਕੇ ਪਾਤਣੀ ਵੰਜੋ ਤਰਕ ਬਿਲਾੜ ਪਾਰ ਪਵੰਦਰੇ ਡਿਠ ਮੈਂ ਸਤਗੁਰ ਬੋਹਿਤ ਚਾਰ। ਇਸ ਕਰਕੇ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਆਪਾਂ ਨੂੰ ਸ਼ਬਦ ਦੇ ਰਾਹੀਂ ਦੱਸਿਆ ਕਿ ਵੀ ਸਮੁੰਦਰ ਨੂੰ ਪਾਰ ਕਰਨ ਦੇ ਲਈ, ਦਰਿਆ ਨੂੰ ਪਾਰ ਕਰਨ ਦੇ ਲਈ ਆਪਾਂ ਨੂੰ ਫਿਰ ਉਹ ਕਿਸ਼ਤੀ ਜਾਂ ਫਿਰ ਉਸ ਕਿਸ਼ਤੀ ਨੂੰ ਚਲਾਉਣ ਵਾਲਾ ਮਲਾਹ ਜਿਹੜਾ, ਉਸ ਦੀ ਲੋੜ ਜਿਹੜੀ ਉਹ ਪਵੇਗੀ। ਗੁਰਮੁਖ ਪਿਆਰਿਓ, ਕਿਸੇ ਵੀ ਚੀਜ਼ ਦੀ ਮਹਾਨਤਾ ਉਸ ਦੀ ਸਮਝ ਉੱਪਰ ਖੜੀ ਹੈ। ਬਾਣੀ ਜੇਕਰ ਆਪਣੀ ਸਮਝ ਵਿੱਚ ਨਹੀਂ ਪਈ ਤਾਂ ਫਿਰ ਆਪਾਂ ਇਸ ਬਾਣੀ ਤੋਂ ਫਾਇਦਾ ਨਹੀਂ ਉਠਾ ਸਕਦੇ। ਜਿਸ ਤਰ੍ਹਾਂ ਦੱਸਦੇ ਹਨ ਕਿ ਸਮੁੰਦਰ ਦੀ ਡੂੰਘਾਈ ਵਿੱਚ ਅਨੇਕਾਂ ਤਰ੍ਹਾਂ ਦੇ ਹੀਰੇ ਅਤੇ ਜਵਾਹਰਾਤ ਪਏ ਹਨ, ਜਿਸ ਤਰ੍ਹਾਂ ਜੇਕਰ ਕੋਈ ਇਨਸਾਨ ਆਪਾਂ ਨੂੰ ਇਹ ਆਖੇ ਕਿ ਸਮੁੰਦਰ ਦੇ ਕਿਨਾਰੇ ਉੱਪਰ ਬੈਠ ਕੇ ਉਸ ਨੂੰ ਇਹਨਾਂ ਦੀ ਪ੍ਰਾਪਤੀ ਹੋ ਜਾਵੇ ਤਾਂ ਮੰਨਿਆ ਨਹੀਂ ਜਾ ਸਕਦਾ। ਆਪਾਂ ਜਾਣਦੇ ਹਾਂ ਕਿ ਸਮੁੰਦਰ ਦੇ ਬਾਹਰਲੇ ਕਿਨਾਰੇ ਤੇ ਸਿਰਫ ਸਿੱਪੀਆਂ ਅਤੇ ਘੁੱਗੇ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਮਾਲਕ ਦੇ ਪਿਆਰਿਆਂ ਨੇ ਬਾਣੀ ਨੂੰ ਇੱਕ ਅਥਾਹ ਸਮੁੰਦਰ ਆਖਿਆ। ਬਾਣੀ ਰੂਪੀ ਹੀਰਿਆਂ ਨੂੰ ਪ੍ਰਾਪਤ ਕਰਨ ਲਈ ਸਮੁੰਦਰ ਦੀ ਡੂੰਘਾਈ ਵਿੱਚ ਜਾਣਾ ਪਵੇਗਾ। ਸ਼ੇਖ ਫਰੀਦ ਜੀ ਨੇ ਵੀ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਹੈ ਕਿ ਇਹ ਦੁਨੀਆ ਦੇ ਲੋਕੋ, ਉਸ ਸਰੋਵਰ ਦੀ ਖੋਜ ਕਰੋ ਜਿੱਥੋਂ ਉਸ ਵਸਤੂ ਨੂੰ ਪ੍ਰਾਪਤ ਕੀਤਾ ਜਾ ਸਕੇ, ਸਿਵਾਏ ਛੱਪੜ ਦੇ ਵਿੱਚੋਂ ਸਿਵਾਏ ਚਿੱਕੜ ਤੋਂ ਕੁਝ ਵੀ ਹੱਥ ਨਹੀਂ ਆਵੇਗਾ। ਫਰੀਦਾ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ। ਭਗਵਾਨ ਵਾਲਮੀਕ ਜੀ ਦਇਆ ਕਰਨ, ਆਪਣੀ ਜ਼ਿੰਦਗੀ ਨੂੰ ਬਾਣੀ ਦੀ ਖੋਜ ਕਰਕੇ ਆਪਾਂ ਆਪਣੀ ਜ਼ਿੰਦਗੀ ਨੂੰ ਸਵਾਰ ਸਕੀਏ। ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂਦੇਵ। ਧੰਨਵਾਦ।